ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਤੇ ਸਿੱਖਿਆਦਾਇਕ ਬਹੁਤ ਸੋਹਣੀ ਕਹਾਣੀ ਦੇ ਨਾਲ। ਤਾਂ ਦੋਸਤੋ, ਕਹਾਣੀ ਸੁਣਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਤਾਂ ਕਿ ਆਉਣ ਵਾਲੀ ਹਰ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ। ਤਾਂ ਸ਼ੁਰੂ ਕਰਦੇ ਹਾਂ ਜੀ ਕਹਾਣੀ। ਰਾਤ ਬੀਤਦੀ ਜਾ ਰਹੀ ਸੀ, ਪਰ ਮੇਰੀਆਂ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ। ਮੇਰੇ ਪਤੀ ਜਗਮੀਤ ਨਾਲ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸੀ ਤੇ ਮੈਂ ਸੋਚ ਰਹੀ ਸੀ ਕਿ ਖੂਨ ਦੇ ਰਿਸ਼ਤੇ ਕਿਸੇ ਵੀ ਉਮਰ ਵਿੱਚ ਖਰਾਬ ਹੋ ਸਕਦੇ ਆ। ਮੇਰੇ ਦਿਮਾਗ ਵਿੱਚ ਵਾਰ-ਵਾਰ ਕੱਲ੍ਹ ਹੋਈ ਘਟਨਾ ਘੁੰਮ ਰਹੀ ਸੀ। ਕਦੇ ਉੱਚੀ ਆਵਾਜ਼ ਵਿੱਚ ਨਾ ਬੋਲਣ ਵਾਲੀ ਮੇਰੀ ਨਵਨੀਤ ਭਾਬੀ ਸੱਪ ਦੀ ਤਰ੍ਹਾਂ ਫੁਕਾਰੇ ਮਾਰਦੀ ਹੋਈ ਬੋਲੀ, ਸਿੰਮੀ, ਹੁਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਇਸ ਵਾਰ ਆਈ ਹੈ ਤਾਂ ਆਪਣੇ ਮੰਮੀ ਪਾਪਾ ਨੂੰ ਸਮਝਾ ਕੇ ਜਾਣਾ। ਜੇ ਉਹਨਾਂ ਨੇ ਸਾਡੇ ਨਾਲ ਰਹਿਣਾ ਹੈ ਤਾਂ ਠੀਕ, ਨਾਲ ਰਹਿਣ, ਨਹੀਂ ਤਾਂ ਕੋਈ ਹੋਰ ਟਿਕਾਣਾ ਲੱਭ ਲੈਣ। ਮੈਂ ਕਿਹਾ, ਕੋਈ ਹੋਰ ਟਿਕਾਣਾ? ਇਹ ਕੀ ਕਹਿ ਰਹੀ ਹੈ ਭਾਬੀ? ਪਾਪਾ ਜੀ ਦੇ ਕੋਲ ਤਾਂ ਨਾ ਤਾਂ ਕੋਈ ਪਲਾਟ ਹੈ ਤੇ ਨਾ ਹੀ ਕੋਈ ਘਰ ਹੈ। ਬੈਂਕ ਵਿੱਚ ਜੋ ਵੀ ਮੁੱਠੀ ਭਰ ਰਕਮ ਸੀ, ਬਸ ਇੰਨੀ ਹੀ ਹੈ ਕਿ ਜਿਸ ਨਾਲ 1-2 ਮਹੀਨੇ ਪੈਨਸ਼ਨ ਨਾ ਮਿਲਣ ਤੇ ਵੀ ਗੁਜ਼ਾਰਾ ਹੋ ਸਕਦਾ ਹੈ। ਕਿੱਥੇ ਜਾਣਗੇ ਉਹ ਵਿਚਾਰੇ? ਭਾਬੀ ਦੇ ਸ਼ਬਦ ਸੁਣ ਕੇ ਕੁਝ ਪਲਾਂ ਦੇ ਲਈ ਜਿਵੇਂ ਮੇਰਾ ਖੂਨ ਜੰਮ ਗਿਆ ਹੋਵੇ। ਜਿਸ ਬਹੂ ਦੀ ਆਵਾਜ਼ ਚਾਹੇ ਕਿੰਨੀ ਵੀ ਬਿਜ਼ੀ ਹੋਣ ਦੇ ਬਾਵਜੂਦ ਕਦੇ ਉੱਚੀ ਨਹੀਂ ਹੋਈ ਸੀ, ਜਿਸ ਨੇ ਸਹੁਰੇ ਨਾਲ ਤਾਂ ਕੀ ਕਦੇ ਕਿਸੇ ਵੀ ਜੀਅ ਦੇ ਨਾਲ ਖੁੱਲ੍ਹ ਕੇ ਜਾਂ ਉੱਚੀ ਆਵਾਜ਼ ਵਿੱਚ ਗੱਲ ਨਾ ਕੀਤੀ ਹੋਵੇ, ਉਹ ਇਸ ਤਰ੍ਹਾਂ ਅਚਾਨਕ ਨਨਾਣ ਦੇ ਨਾਲ ਮੂੰਹ ਜੋਰੀ ਕਰਨ ਦੀ ਹਿੰਮਤ ਕਿਵੇਂ ਕਰ ਸਕਦੀ ਹੈ? ਮੈਂ ਪਲਟ ਕੇ ਭਾਬੀ ਦਾ ਮੂੰਹ ਤੋੜ ਜਵਾਬ ਦੇਣ ਵਾਲੀ ਹੀ ਸੀ ਕਿ ਮੰਮੀ ਨੇ ਵਿੱਚ ਆ ਕੇ ਬਚਾਅ ਕਰ ਲਿਆ ਤੇ ਕਹਿੰਦੀ, ਬਹੂ, ਠੀਕ ਢੰਗ ਤੋਂ ਤੇਰਾ ਕੀ ਮਤਲਬ ਹੈ? ਤਾਂ ਭਾਬੀ ਕਹਿੰਦੀ, ਇਸ ਦਾ ਮਤਲਬ ਇਹ ਹੈ ਕਿ ਘਰ ਦਾ ਪਿਛਲਾ ਹਿੱਸਾ ਖਾਲੀ ਕਰਕੇ ਤੁਹਾਨੂੰ ਅੱਗੇ ਦੇ ਹਿੱਸੇ ਵਿੱਚ ਬਣੇ ਛੋਟੇ ਕਮਰੇ ਵਿੱਚ ਰਹਿਣਾ ਹੋਏਗਾ ਤੇ ਆਪਣਾ ਕੰਮ ਖੁਦ ਕਰਨਾ ਪਏਗਾ। ਮੈਂ ਤੁਹਾਡੀ ਨੌਕਰਾਨੀ ਨਹੀਂ ਹਾਂ ਜੋ ਤੁਹਾਡੀ ਦੇਖਭਾਲ ਕਰਦੀ ਰਹਾਂ। ਭਾਬੀ ਨੇ ਆਪਣਾ ਫੈਸਲਾ ਸੁਣਾਇਆ ਤਾਂ ਮੈਂ ਕਿਹਾ, ਸਾਰਾ ਕੰਮ ਤਾਂ ਵੈਸੇ ਵੀ ਮੇਰੀ ਮਾਂ ਹੀ ਕਰਦੀ ਹੈ। ਭਾਬੀ, ਤੂੰ ਘਰ ਦੇ ਪਿਛਲੇ ਹਿੱਸੇ ਨੂੰ ਖਾਲੀ ਕਰਵਾ ਕੇ ਤੂੰ ਉਸ ਦਾ ਕੀ ਕਰੇਂਗੀ? ਆਪਣੀ ਉੱਚੀ ਆਵਾਜ਼ ਵਿੱਚ ਮੈਂ ਭਾਬੀ ਦੇ ਸੁਰ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤਾਂ ਗੁੱਸੇ ਨਾਲ ਜ਼ੋਰ-ਜ਼ੋਰ ਨਾਲ ਪੈਰ ਮਾਰਦੇ ਹੋਏ ਉਹ ਆਪਣੇ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਇੱਕ ਨਜ਼ਰ ਆਪਣੇ ਵਿਕਰਮ ਵੀਰੇ ਤੇ ਮਾਰੀ ਕਿ ਸ਼ਾਇਦ ਪਤਨੀ ਦੀਆਂ ਇਹੋ ਜਿਹੀਆਂ ਹਰਕਤਾਂ ਉਸ ਨੂੰ ਸ਼ਰਮਨਾਕ ਲੱਗੀਆਂ ਹੋਣਗੀਆਂ, ਪਰ ਉਹ ਮੇਰਾ ਕੋਰਾ ਭਰਮ ਸੀ। ਵੀਰੇ ਦੀ ਆਵਾਜ਼ ਤਾਂ ਭਾਬੀ ਤੋਂ ਵੀ ਜ਼ਿਆਦਾ ਉੱਚੀ ਸੀ। ਉਹ ਕਹਿੰਦਾ, ਕਿਰਾਏ ਤੇ ਦੇ ਦੇਵਾਂਗੇ, ਹੋਰ ਕੀ ਕਰਾਂਗੇ? ਇਸ ਘਰ ਨੂੰ ਬਣਵਾਉਣ ਦੇ ਲਈ ਬੈਂਕ ਤੋਂ ਜੋ ਇੰਨਾ ਕਰਜ਼ਾ ਲਿਆ ਹੈ, ਉਸ ਨੂੰ ਵੀ ਤਾਂ ਉਤਾਰਨਾ ਹੈ। ਕੋਈ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਆਪਣੇ ਕੋਲ। ਕਿਰਾਏ ਤੇ ਦੇਣਾ ਹੈ ਤਾਂ ਸਾਡੇ ਤੋਂ ਕਿਰਾਇਆ ਲੈ ਲਓ ਬੇਟਾ। ਮੈਂ ਆਪਣੀ ਰਸੋਈ ਉੱਥੇ ਬਣਾ ਲਵਾਂਗੀ। ਆਪਣੇ ਗੋਡਿਆਂ ਨੂੰ ਘੁੱਟਦੀ ਹੋਈ ਮਾਂ ਨੇ ਕਿਹਾ। ਬੇਟੇ ਦੇ ਮੋਹ ਵਿੱਚ ਇਸ ਤਰ੍ਹਾਂ ਫਸੀ ਸੀ ਕਿ ਇਸ ਗੱਲ ਦੀ ਤਹਿ ਤੱਕ ਪਹੁੰਚ ਹੀ ਨਾ ਸਕੀ ਕਿ ਉਹਨਾਂ ਨੂੰ ਘਰੋਂ ਬੇਘਰ ਕਰਨ ਵਿੱਚ ਭਾਬੀ ਨੂੰ ਵੀਰੇ ਦਾ ਪੂਰਾ ਸਾਥ ਮਿਲਿਆ ਹੋਇਆ ਹੈ। ਪੱਥਰ ਬਣੇ ਪਾਪਾ ਚੁੱਪਚਾਪ ਬੈੱਡ ਦੇ ਇੱਕ ਪਾਸੇ ਬੈਠੇ ਇੱਕ ਹੀ ਪਾਸੇ ਦੇਖ ਰਹੇ ਸੀ। ਫਿਰ ਵੀਰਾ ਕਹਿੰਦਾ, ਕੁੱਲ ਮਿਲਾ ਕੇ 2000 ਰੁਪਏ ਹੀ ਤਾਂ ਪੈਨਸ਼ਨ ਦੇ ਮਿਲਦੇ ਆ। ਉਹਨਾਂ ਦਾ ਤੁਹਾਡਾ ਨਿੱਜੀ ਖਰਚਾ ਹੈ। ਘਰ ਦੇ ਉਸ ਹਿੱਸੇ ਤੋਂ 5000 ਰੁਪਏ ਮਹੀਨਾ ਕਿਰਾਇਆ ਮਿਲੇਗਾ। ਵੀਰੇ ਨੇ ਭਾਬੀ ਦੇ ਸੁਰ ਵਿੱਚ ਸੁਰ ਮਿਲਾਉਂਦੇ ਹੋਏ ਕਿਹਾ ਤਾਂ ਪਾਪਾ ਆਪਣੇ ਪੁੱਤ ਦਾ ਚਿਹਰਾ ਦੇਖਦੇ ਹੀ ਰਹਿ ਗਏ। ਉਹਨਾਂ ਦਾ ਸਾਰਾ ਸਰੀਰ ਕੰਬ ਰਿਹਾ ਸੀ। ਜਦੋਂ ਪੁੱਤ ਹੀ ਕਬੁੱਤ ਬਣ ਜਾਏ ਤਾਂ ਉਸ ਪਰਾਏ ਘਰ ਦੀ ਧੀ ਨੂੰ ਕੀ ਕਿਹਾ ਜਾ ਸਕਦਾ ਹੈ? ਮਾਂ ਰੋਂਦੇ ਰੋਂਦੇ ਪਾਪਾ ਨਾਲ ਲੜ ਪਈ। ਕਹਿੰਦੀ, ਇਸ ਲਈ ਤਾਂ ਮੈਂ ਤੈਨੂੰ ਕਹਿੰਦੀ ਸੀ 4 ਪੈਸੇ ਬੁਢਾਪੇ ਲਈ
ਸੰਭਾਲ ਕੇ ਰੱਖ ਲੈ, ਪਰ ਤੂੰ ਮੇਰੀ ਕਦੇ ਨਾ ਸੁਣੀ। ਹੁਣ ਦੇਖ ਲਿਆ ਆਪਣੀ ਔਲਾਦ ਵੀ ਕਿਸ ਤਰ੍ਹਾਂ ਮੂੰਹ ਫੇਰਦੀ ਹੈ। ਮੈਂ ਮੰਮੀ ਦੀ ਗੱਲ ਹੋਰ ਨਹੀਂ ਸੁਣ ਸਕੀ। ਪੂਰਾ ਮਾਹੌਲ ਤਣਾਅ ਨਾਲ ਭਰ ਗਿਆ ਸੀ। ਅਗਲੇ ਦਿਨ ਚੁੱਪਚਾਪ ਮੈਂ ਆਪਣੇ ਘਰ ਵਾਪਸ ਆ ਗਈ। ਜਦੋਂ ਉੱਥੇ ਕੁਝ ਕਹਿਣ ਸੁਣਨ ਲਈ ਬਚਿਆ ਹੀ ਨਹੀਂ ਸੀ। ਹੁਣ ਤਾਂ ਸਾਰੇ ਰਿਸ਼ਤੇ ਹੀ ਝੂਠੇ ਲੱਗ ਰਹੇ ਸੀ। ਸ਼ਾਮ ਨੂੰ ਮੈਂ ਰਸੋਈ ਵਿੱਚ ਚਾਹ ਬਣਾਉਣ ਲਈ ਗਈ। ਦਿਲ ਦਿਮਾਗ ਜਿਵੇਂ ਵੱਸ ਵਿੱਚ ਹੀ ਨਹੀਂ ਰਿਹਾ ਸੀ। ਬਹੁਤ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਚਾਹ ਨਹੀਂ ਬਣੀ ਤਾਂ ਜਗਮੀਤ ਖੁਦ ਹੀ ਰਸੋਈ ਵਿੱਚ ਆ ਗਿਆ। ਉਸ ਨੇ ਹੀ 3 ਕੱਪਾਂ ਵਿੱਚ ਚਾਹ ਪੁਣ ਕੇ 1 ਕੱਪ ਮੈਨੂੰ ਦੇ ਕੇ ਤੇ 2 ਕੱਪ ਹੱਥ ਵਿੱਚ ਲੈ ਮੰਮੀ ਦੇ ਕੋਲ ਚਲਾ ਗਿਆ ਤੇ ਜਾ ਕੇ ਅਖਬਾਰ ਖੋਲ੍ਹ ਕੇ ਬੈਠ ਗਿਆ। ਸਵੇਰ ਦੇ ਕੁਝ ਘੰਟੇ ਮੰਮੀ ਦੇ ਨਾਲ ਗੁਜ਼ਾਰਨਾ ਉਸ ਦੀ ਆਦਤ ਸੀ। ਇਸ ਲਈ ਤਾਂ ਮੈਂ ਉਸ ਨੂੰ ਹਮੇਸ਼ਾ ਸਰਵਣ ਕੁਮਾਰ ਦਾ ਨਾਮ ਦਿਆ ਕਰਦੀ ਸੀ। ਰਸੋਈ ਤੋਂ ਬਾਹਰ ਨਿਕਲ ਕੇ ਮੈਂ ਕੁਝ ਕੰਮ ਕਰਨ ਲਈ ਇੱਧਰ ਉੱਧਰ ਘੁੰਮ ਰਹੀ ਸੀ, ਪਰ ਮਨ ਵਿੱਚ ਬਹੁਤ ਦੁੱਖ ਭਰਿਆ ਹੋਇਆ ਸੀ। ਭਾਬੀ ਦਾ ਵਰਤਾਵ ਮੇਰੇ ਮਨ ਵਿੱਚ ਬੁਰੀ ਤਰ੍ਹਾਂ ਚੁੱਭ ਰਿਹਾ ਸੀ। ਭਾਬੀ ਤਾਂ ਪਰਾਏ ਘਰ ਦੀ ਹੈ, ਪਰ ਵੀਰੇ ਨੂੰ ਕੀ ਹੋ ਗਿਆ? ਉਹ ਤਾਂ ਸਾਰਿਆਂ ਦੀ ਇੱਜ਼ਤ ਕਰਦਾ ਸੀ। ਫਿਰ ਇਹ ਬਦਲਾਅ ਕਿਉਂ ਆਇਆ? ਪਤਾ ਨਹੀਂ ਕਦੋਂ ਮੇਰੀਆਂ ਅੱਖਾਂ ਅੱਗੇ ਹਨੇਰਾ ਹੋ ਗਿਆ ਤੇ ਮੈਂ ਗਸ਼ ਖਾ ਕੇ ਹੇਠਾਂ ਡਿੱਗ ਗਈ। ਅੱਖ ਖੁੱਲ੍ਹੀ ਤਾਂ ਮੇਰੀ ਸੱਸ ਮੰਮੀ ਜੀ ਮੇਰਾ ਸਿਰ ਘੁੱਟ ਰਹੀ ਸੀ ਤੇ ਜਗਮੀਤ ਮੇਰੀਆਂ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰ ਰਿਹਾ ਸੀ। ਉਸਨੇ ਕਿਹਾ, ਕੀ ਹੋਇਆ ਸਿੰਮੀ, ਤੂੰ ਬੇਹੋਸ਼ ਕਿਵੇਂ ਹੋ ਗਈ? ਤੇਰੀ ਤਬੀਅਤ ਤਾਂ ਠੀਕ ਹੈ ਨਾ? ਕੋਈ ਪਰੇਸ਼ਾਨੀ ਹੈ ਕਿ ਤੈਨੂੰ? ਘਬਰਾ ਕੇ ਉਸਨੇ ਮੈਨੂੰ ਪੁੱਛਿਆ ਤਾਂ ਮੈਂ ਕਿਹਾ, ਨਹੀਂ, ਕੁਝ ਵੀ ਨਹੀਂ। ਚਲਾਕੀ ਨਾਲ ਮੈਂ ਆਪਣਾ ਦੁੱਖ ਛੁਪਾਉਣ ਦੀ ਇੱਕ ਨਾਕਾਮ ਕੋਸ਼ਿਸ਼ ਕੀਤੀ, ਪਰ ਪੂਰੇ ਸਰੀਰ ਦਾ ਤਾਂ ਖੂਨ ਹੀ ਜਿਵੇਂ ਕਿਸੇ ਨੇ ਨਿਚੋੜ ਲਿਆ ਸੀ। ਜਗਮੀਤ ਨੇ ਕਿਹਾ, ਦੇਖੋ ਸਿੰਮੀ, ਸੁੱਖ ਵੰਡਣ ਨਾਲ ਵੱਧਦਾ ਹੈ ਤੇ ਦੁੱਖ ਵੰਡਣ ਨਾਲ ਘਟਦਾ ਹੈ। ਅਸੀਂ ਤੇਰੇ ਆਪਣੇ ਹੀ ਤਾਂ ਹਾਂ। ਤੈਨੂੰ ਜੋ ਵੀ ਪਰੇਸ਼ਾਨੀ ਹੈ ਤੂੰ ਸਾਨੂੰ ਦੱਸ ਸਕਦੀ ਹੈ। ਇਹ ਸੁਣ ਕੇ ਮੈਂ ਸੋਚਣ ਲੱਗੀ ਕਿ ਜਗਮੀਤ ਵਰਗੇ ਲੋਕ ਕਿੰਨੇ ਸੁਖੀ ਰਹਿੰਦੇ ਆ, ਬਿਨਾਂ ਕਿਸੇ ਗਿਲੇ ਸ਼ਿਕਵੇ ਦੇ ਜ਼ਿੰਦਗੀ ਵਿੱਚ ਆਏ ਉਤਰਾਅ ਚੜ੍ਹਾਅ ਨੂੰ ਕਿਵੇਂ ਆਸਾਨੀ ਨਾਲ ਸਵੀਕਾਰ ਕਰ ਲੈਂਦੇ ਆ। ਪਰ ਸਾਡੇ ਵਰਗੇ ਲੋਕ ਹਰ ਰਿਸ਼ਤੇ ਨੂੰ ਕਸੌਟੀ 'ਤੇ ਹੀ ਪਰਖਦੇ ਰਹਿ ਜਾਂਦੇ ਆ। ਜ਼ਿੰਦਗੀ ਵਿੱਚ ਜੋ ਪਾਇਆ ਹੈ ਉਸ ਤੋਂ ਸੰਤੁਸ਼ਟ ਨਹੀਂ ਹੁੰਦੇ। ਕੁਝ ਹੋਰ ਪਾਉਣ ਦੀ ਲਾਲਸਾ ਵਿੱਚ ਜੋ ਕੁਝ ਪਾਇਆ ਹੈ ਉਸ ਨੂੰ ਵੀ ਖੋ ਦਿੰਦੇ ਆ। ਇਹ ਗੱਲਾਂ ਮੇਰੇ ਮਨ ਵਿੱਚ ਬਹੁਤ ਹਾਵੀ ਹੋ ਰਹੀਆਂ ਸੀ। ਜਗਮੀਤ ਦੀ ਆਵਾਜ਼ ਵਿੱਚ ਬੇਹੱਦ ਆਪਣਾਪਣ ਤੇ ਨਰਮੀ ਸੀ। ਫਿਰ ਵੀ ਉਸ 'ਤੇ ਵਿਸ਼ਵਾਸ ਕਰਨ ਨੂੰ ਮੇਰਾ ਦਿਲ ਨਹੀਂ ਚਾਹ ਰਿਹਾ ਸੀ। ਆਪਣੇ ਮਾਂ-ਪਿਓ ਦੇ ਪੱਖ ਵਿੱਚ ਰਹਿਣ ਵਾਲੇ ਜਗਮੀਤ ਨੂੰ ਭਲਾ ਮੇਰੇ ਮੰਮੀ ਪਾਪਾ ਨਾਲ ਕਿਉਂ ਹਮਦਰਦੀ ਹੋਣ ਲੱਗੀ? ਅੱਜ ਵੀ ਜੇ ਮੇਰੀ ਸੱਸ ਤੇ ਮੈਨੂੰ ਇੱਕ ਹੀ ਤੱਕੜੀ ਵਿੱਚ ਰੱਖ ਕੇ ਤੋਲਿਆ ਜਾਏ ਤਾਂ ਸ਼ਾਇਦ ਜਗਮੀਤ ਦੀਆਂ ਨਜ਼ਰਾਂ ਵਿੱਚ ਆਪਣੀ ਮੰਮੀ ਦਾ ਹੀ ਪੱਲੜਾ ਭਾਰੀ ਹੋਏਗਾ। ਮੈਂ ਇੱਕ ਨਜ਼ਰ ਮੰਮੀ ਨੂੰ ਦੇਖਿਆ। ਕਹਿੰਦੇ ਆ ਨਾ, ਔਰਤ ਨੂੰ ਹੀ ਔਰਤ ਸਮਝ ਸਕਦੀ ਹੈ, ਪਰ ਆਪਣੇ ਪਿਛਲੇ ਵਰਤਾਵ ਨੂੰ ਯਾਦ ਕਰਕੇ ਉਸ ਨੂੰ ਕੁਝ ਵੀ ਕਹਿਣ ਦਾ ਮੇਰਾ ਮਨ ਨਹੀਂ ਹੋਇਆ। ਮੌਕੇ ਬੇਮੌਕੇ ਮੰਮੀ ਕਿੰਨੀ ਵਾਰ ਤਾਂ ਮੈਨੂੰ ਸੁਣਾ ਚੁੱਕੀ ਸੀ। ਆਪਣੇ ਪੇਕਿਆਂ ਦਾ ਦੁੱਖ ਸੂਲ ਦੀ ਤਰ੍ਹਾਂ ਚੁਭਦਾ ਹੈ। ਜਿਹਦੇ ਪੈਰ ਨਾ ਫਟੀ ਵਿਆਹੀ, ਉਹ ਕੀ ਜਾਣੇ ਪੀਰ ਭਰਾਈ। ਸਮੇਂ-ਸਮੇਂ 'ਤੇ ਦੁਹਾਈ ਦੇਣ ਵਾਲੀ ਮੰਮੀ ਇਸ ਸਮੇਂ ਮੇਰੇ ਜ਼ਖਮਾਂ 'ਤੇ ਨਿਸ਼ਾਨਾ ਲਗਾਉਣ ਤੋਂ ਨਹੀਂ ਹਟੇਗੀ। ਇਹਨਾਂ ਤਾਂ ਇਸ ਘਰ ਵਿੱਚ ਇੰਨੇ ਸਾਲਾਂ ਤੋਂ ਰਹਿੰਦੇ ਜਾਣ ਹੀ ਗਈ ਸੀ ਮੈਂ। ਵਿਆਹ ਦੇ ਬਾਅਦ ਹਰ ਦੂਜੇ ਦਿਨ ਮੇਰੇ ਪੇਕਿਆਂ 'ਤੇ ਸੁਨੇਹਾ ਭੇਜਣ ਵਾਲੀ ਮੰਮੀ ਦੀਆਂ ਨਜ਼ਰਾਂ ਮੇਰੀ ਹੀ ਮੰਮੀ ਵਿੱਚ ਖੋਟ ਕੱਢਣਗੀਆਂ। ਪਿਆਜ਼ ਦੇ ਛਿਲਕਿਆਂ ਦੀ ਤਰ੍ਹਾਂ ਅਤੀਤ ਦੇ ਦ੍ਰਿਸ਼ ਮੇਰੀਆਂ ਅੱਖਾਂ ਦੇ ਅੱਗੇ ਖੁੱਲ੍ਹਦੇ ਚਲੇ ਗਏ। ਜਦੋਂ ਵੀ ਮੇਰੇ ਸੱਸ ਸਹੁਰਾ ਇਕੱਠੇ ਬੈਠਦੇ, ਮੰਮੀ ਅੱਖਾਂ ਭਰ ਕੇ ਕਹਿੰਦੀ, ਸੰਸਕਾਰ ਤਾਂ ਵੱਡਿਆਂ ਤੋਂ ਹੀ ਮਿਲਦੇ ਆ। ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ, ਕਿਸੇ ਚੰਗੇ ਪਰਿਵਾਰ ਨਾਲ ਨਾਤਾ ਜੋੜੋ। ਮੇਰਾ ਜਗਮੀਤ ਇਕਲੌਤਾ ਪੁੱਤ ਹੈ। ਉਸ ਕੁੜੀ ਨਾਲ ਵਿਆਹ ਕਰਕੇ ਉਸਦੀ ਤਾਂ ਜ਼ਿੰਦਗੀ ਹੀ ਬਰਬਾਦ ਹੋ ਗਈ।
ਇਹੋ ਜਿਹੀ ਗੱਲ ਨਹੀਂ ਹੈ। ਪਾਪਾ ਜੀ ਵੀ ਭਰੇ ਗਲੇ ਨਾਲ ਕਹਿੰਦੇ, ਬਹੂ ਦੇ ਪੇਕੇ ਵਾਲੇ ਬਹੁਤ ਚੰਗੇ ਨੇ। ਬਹੂ ਦੇ ਪਾਪਾ ਹਰਜਿੰਦਰ ਸਿੰਘ ਪ੍ਰੋਫੈਸਰ ਰਹਿ ਚੁੱਕੇ ਨੇ। ਉਹ ਬਹੁਤ ਸੱਜਣ ਆਦਮੀ ਨੇ। ਬਹੂ ਦੀ ਮਾਂ ਅਮਰਜੀਤ ਕੌਰ ਭੈਣ ਤਾਂ ਬੇਗਾਨਿਆਂ ਨੂੰ ਵੀ ਆਪਣਾ ਬਣਾਉਣ ਵਾਲੀ ਹੈ, ਤੇ ਬਹੂ ਦਾ ਭਰਾ ਵੀ ਕਿੰਨਾ ਮਿਲਣਸਾਰ ਹੈ, ਤੇ ਉਸ ਦੀ ਭਾਬੀ ਮਾਂ-ਪਿਓ ਦੀ ਇਕਲੌਤੀ ਧੀ ਹੈ। ਨੌਕਰੀ ਕਰਕੇ ਚੰਗਾ ਕਮਾਉਂਦੀ ਵੀ ਹੈ, ਪਰ ਘਮੰਡ ਤਾਂ ਬਿਲਕੁਲ ਨਹੀਂ ਹੈ ਉਸ ਵਿੱਚ। ਆਪਣੀ ਹੀ ਬਹੂ ਦਾ ਸੁਭਾਅ ਥੋੜਾ ਅਜੀਬ ਹੈ। ਉਸ ਦੇ ਲਹਿਜੇ ਵਿੱਚ ਨਰਮਤਾ, ਭਾਵੁਕਤਾ ਦਾ ਨਾਮ ਵੀ ਨਹੀਂ ਹੈ। ਮੈਂ ਤਾਂ ਹੀਰਾ ਸਮਝ ਕੇ ਲਿਆਇਆ ਸੀ। ਹੁਣ ਇਹ ਕੱਚ ਦਾ ਟੁਕੜਾ ਨਿਕਲੀ ਤਾਂ ਜ਼ਖਮ ਤਾਂ ਬਰਦਾਸ਼ਤ ਕਰਨੇ ਹੀ ਪੈਣਗੇ। ਪਾਪਾ ਜੀ ਮੇਰੇ ਪੇਕਿਆਂ ਦੀ ਤਾਰੀਫ ਕਰਦੇ ਜਦੋਂ ਮੈਨੂੰ ਕੋਸਦੇ ਤਾਂ ਮੰਮੀ ਦੇ ਜ਼ਖਮਾਂ ਦੀ ਪੀੜ ਹੋਰ ਵੱਧ ਜਾਂਦੀ। ਉਹ ਮੇਰੇ ਮੰਮੀ ਪਾਪਾ ਨੂੰ ਸੁਨੇਹਾ ਭੇਜਦੀ। ਸ਼ਿਕਾਇਤਾਂ ਦੀ ਫੇਰ ਲਿਸਟ ਬਹੁਤ ਲੰਬੀ ਹੁੰਦੀ ਸੀ, ਜਿਵੇਂ ਕਿ ਮੈਨੂੰ ਵੱਡਿਆਂ ਦਾ ਸਨਮਾਨ ਕਰਨਾ ਨਹੀਂ ਆਉਂਦਾ, ਪਤੀ ਨੂੰ ਕੁਝ ਨਹੀਂ ਸਮਝਦੀ, ਕੋਈ ਕੰਮ ਤਰੀਕੇ ਨਾਲ ਨਹੀਂ ਕਰਦੀ, ਬਹੁਤ ਨੱਕ ਚੜੀ ਹੈ ਤੁਹਾਡੀ ਧੀ। ਕਹਿੰਦੇ ਮੰਮੀ ਸਾਡੇ ਵਿੱਚ ਹੋਈ ਬਹਿਸ ਦਾ ਸਾਰਾ ਚਿੱਠਾ ਪੇਸ਼ ਕਰਦੀ। ਮੇਰੀ ਮਾਂ ਇੱਕ ਮੁਜਰਮ ਦੀ ਤਰ੍ਹਾਂ ਗਰਦਨ ਝੁਕਾ ਕੇ ਮੇਰਾ ਇੱਕ ਗੁਨਾਹ ਕਬੂਲ ਕਰਦੀ ਜਾਂਦੀ। ਪਾਪਾ ਜੀ ਕਦੇ ਉਹਨਾਂ ਦੇ ਆਰੋਪਾਂ ਦਾ ਖੰਡਨ ਕਰਨਾ ਚਾਹੁੰਦੇ ਵੀ ਤਾਂ ਮੰਮੀ ਅੱਖ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੰਦੀ। ਕੁੜਮਾਂ ਨਾਲ ਬਹਿਸਬਾਜ਼ੀ ਕਰਨਾ ਮੇਰੀ ਮਾਂ ਨੂੰ ਜਰਾ ਵੀ ਚੰਗਾ ਨਹੀਂ ਲੱਗਦਾ ਸੀ। ਫਿਰ ਜਗਮੀਤ ਤਾਂ ਉਹਨਾਂ ਦੇ ਜਵਾਈ ਸੀ, ਉਹਨਾਂ ਨੂੰ ਕੁਝ ਬੁਰਾ ਨਾ ਲੱਗੇ, ਇਸ ਲਈ ਉਹ ਚੁੱਪ ਰਹਿਣਾ ਹੀ ਪਸੰਦ ਕਰਦੀ ਸੀ। ਵਿਚਾਰੀ ਮੇਰੀ ਮਾਂ ਨੂੰ ਦੇਖ ਕੇ ਮੈਨੂੰ ਆਪਣੇ ਸਹੁਰਿਆਂ ਤੇ ਬਹੁਤ ਗੁੱਸਾ ਆਉਂਦਾ ਤੇ ਆਪਣੀ ਮੰਮੀ ਪਾਪਾ ਤੇ ਦਇਆ ਆਉਂਦੀ। ਇੱਧਰ ਮੇਰੀ ਮੰਮੀ ਪਾਪਾ ਦੇ ਘਰੋਂ ਬਾਹਰ ਨਿਕਲਦੇ ਹੀ ਘਰ ਦਾ ਮਾਹੌਲ ਬਿਲਕੁਲ ਬਦਲ ਜਾਂਦਾ। ਮੰਮੀ ਪਾਪਾ ਕਿਸੇ ਨਾ ਕਿਸੇ ਬਹਾਨੇ ਘਰ ਦੇ ਬਾਹਰ ਟਹਿਲਣ ਨਿਕਲ ਜਾਂਦੇ ਤਾਂ ਕਿ ਅਸੀਂ ਦੋਨੇ ਪਤੀ ਪਤਨੀ ਆਪਸ ਵਿੱਚ ਗੱਲਬਾਤ ਕਰਕੇ ਉਸ ਮਸਲੇ ਨੂੰ ਹੱਲ ਕਰ ਸਕੀਏ। ਪਰ ਮੈਨੂੰ ਤਾਂ ਉਸ ਸਮੇਂ ਜਗਮੀਤ ਦੀ ਸ਼ਕਲ ਤੋਂ ਵੀ ਚਿੜ ਆਉਂਦੀ ਸੀ। ਉਸ ਦੇ ਸਾਹਮਣੇ ਮੇਰੇ ਮੰਮੀ ਪਾਪਾ ਦੀ ਬੇਇੱਜ਼ਤੀ ਹੁੰਦੀ ਰਹਿੰਦੀ, ਪਰ ਉਹ ਮੇਰੇ ਪੱਖ ਵਿੱਚ ਇੱਕ ਵੀ ਸ਼ਬਦ ਕਹਿਣ ਦੀ ਬਜਾਏ ਸਿਰਫ ਉਪਦੇਸ਼ ਹੀ ਦਿੰਦੇ ਰਹਿੰਦੇ। ਮੇਰੀ ਸੱਸ ਘਰ ਵਾਪਸ ਆ ਕੇ ਬੜੇ ਪਿਆਰ ਨਾਲ ਥਾਲੀ ਵਿੱਚ ਕਈ ਕੁਝ ਰੱਖ ਕੇ ਮੈਨੂੰ ਸਮਝਾਉਂਦੀ, ਬਹੂ ਆਪਣੇ ਕਮਰੇ ਵਿੱਚ ਜਾ, ਜਗਮੀਤ ਇਕੱਲਾ ਬੈਠਾ ਹੈ, ਖੁਦ ਵੀ ਖਾ ਤੇ ਉਸ ਨੂੰ ਵੀ ਖਵਾ। ਤਾਂ ਮੈਂ ਅੱਗੋਂ ਕਹਿੰਦੀ, ਹਾਂ ਮੇਮਣੇ ਦੀ ਖਲ ਵਿੱਚ ਭੇੜੀਆ। ਮੈਂ ਮਨ ਹੀ ਮਨ ਬੋਲਦੀ, ਮਨ ਵਿੱਚ ਦਬਿਆ ਹੋਇਆ ਗੁੱਸਾ ਮੂੰਹ ਤੇ ਆ ਜਾਂਦਾ ਤੇ ਮੈਂ ਚਿੜ ਕੇ ਜਵਾਬ ਦਿੰਦੀ, ਉਹ ਕੋਈ ਛੋਟਾ ਬੱਚਾ ਹੈ ਜੋ ਮੈਂ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਵਾਂ। ਆਪਣੇ ਲਾਡਲੇ ਦੀ ਖੁਦ ਹੀ ਦੇਖਭਾਲ ਕਰਿਆ ਕਰੋ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਜਾਣ ਦੀ ਬਜਾਏ ਮੈਂ ਘਰੋਂ ਬਾਹਰ ਨਿਕਲ ਪੈਂਦੀ ਤੇ ਸਾਹਮਣੇ ਵਾਲੇ ਪਾਰਕ ਵਿੱਚ ਜਾ ਕੇ ਬੈਠ ਜਾਂਦੀ। ਕਲੋਨੀ ਦੇ ਲੋਕ ਅਕਸਰ ਪਾਰਕ ਵਿੱਚ ਸੈਰ ਕਰਦੇ ਰਹਿੰਦੇ। ਮੇਰੀਆਂ ਅੱਖਾਂ ਤੇ ਉਤਰਿਆ ਹੋਇਆ ਚਿਹਰਾ ਦੇਖ ਕੇ ਆਸ-ਪਾਸ ਖੜੇ ਲੋਕਾਂ ਵਿੱਚ ਇਹ ਜਿਗਿਆਸਾ ਪੈਦਾ ਹੋ ਜਾਂਦੀ ਸੀ। ਉਹ ਤਰ੍ਹਾਂ ਦੀਆਂ ਕਿਆਸਾਂ ਲਗਾਉਂਦੇ, ਕੋਈ ਕੁਝ ਕਹਿੰਦਾ ਤਾਂ ਕੋਈ ਕੁਝ ਪੁੱਛਦਾ। ਮੈਂ ਘਰ ਵਿੱਚ ਘਟਣ ਵਾਲੀ ਛੋਟੀ ਗੱਲ ਨੂੰ ਵੀ ਵਧਾ ਚੜਾ ਕੇ ਬਿਆਨ ਕਰਦੀ। ਸਹੁਰਿਆਂ ਦੇ ਪੱਖ ਦੇ ਹਰ ਮੈਂਬਰ ਨੂੰ ਬਹੁਤ ਬਦਨਾਮ ਕਰਦੀ, ਪਰ ਵਾਪਸ ਆਉਣ ਦਾ ਮੇਰਾ ਮਨ ਹੀ ਨਾ ਕਰਦਾ। ਇਸ ਤਰ੍ਹਾਂ ਲੱਗਦਾ ਸਾਰੇ ਮੇਰੇ ਦੁਸ਼ਮਣ ਨੇ, ਇੱਥੋਂ ਤੱਕ ਕਿ ਮੇਰੇ ਖੁਦ ਦੇ ਮਾਂ-ਪਿਓ ਵੀ ਮੈਨੂੰ ਆਪਣੇ ਦੁਸ਼ਮਣ ਲੱਗਦੇ। ਇਹਨਾਂ ਨੂੰ ਕੁਝ ਵੀ ਕਹਿਣ ਦੀ ਬਜਾਏ ਉਹ ਮੂੰਹ ਲਮਕਾ ਕੇ ਚਲੇ ਜਾਂਦੇ, ਜਿਵੇਂ ਧੀ ਦੇ ਕੇ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ। 2-3 ਦਿਨ ਸ਼ਾਂਤੀ ਨਾਲ ਬੀਤਦੇ ਤੇ ਫਿਰ ਉਹੀ ਕਿੱਸਾ ਸ਼ੁਰੂ ਹੋ ਜਾਂਦਾ। ਗਲਤੀ ਜਗਮੀਤ ਦੀ ਸੀ, ਉਸਦੇ ਮੰਮੀ ਪਾਪਾ ਦੀ ਸੀ ਜਾਂ ਮੇਰੀ? ਉਸ ਸਮੇਂ ਮੈਂ ਨਹੀਂ ਜਾਣਦੀ ਸੀ, ਪਰ ਪੇਛੀ ਦੇ ਲਈ ਮੇਰੇ ਮੰਮੀ ਪਾਪਾ ਨੂੰ ਹੀ ਆਉਣਾ ਪੈਂਦਾ। ਕੁਝ ਹੀ ਸਮੇਂ ਤੋਂ ਮੰਮੀ ਤੰਗ ਆ ਗਈ। ਫਿਰ ਵਿਕਰਮ ਵੀਰਾ ਹੀ ਮੈਨੂੰ ਆ ਕੇ ਲੈ ਕੇ ਜਾਂਦਾ। ਪੇਕਿਆਂ ਤੇ ਵੀ ਮੇਰੇ ਲਈ ਉਪਦੇਸ਼ਾਂ ਦੀ ਕਮੀ ਨਹੀਂ ਸੀ।
ਕਹਿੰਦੇ ਜਗਮੀਤ ਇਕਲੌਤਾ ਪੁੱਤ ਹੈ ਉਹਨਾਂ ਦਾ, ਸਰਵ ਗੁਣ ਸੰਪੰਨ ਹੈ, ਨਾ ਤੇਰਾ ਕੋਈ ਦਿਓਰ ਹੈ ਨਾ ਕੋਈ ਨਨਾਣ, ਜ਼ਮੀਨ ਜਾਇਦਾਦ ਦਾ ਇਕਲੌਤਾ ਵਾਰਸ ਹੈ। ਤੂੰ ਥੋੜਾ ਝੁਕ ਕੇ ਚੱਲੇਂਗੀ ਤਾਂ ਘਰ ਖੁਸ਼ੀਆਂ ਨਾਲ ਭਰ ਜਾਏਗਾ। ਆਪਣੀ ਮਾਂ ਦੀ ਇਹ ਗੱਲ ਸੁਣ ਕੇ ਮੈਂ ਗੁੱਸੇ ਨਾਲ ਕਹਿੰਦੀ, ਮੰਮੀ ਜੇ ਤੂੰ ਚਾਹੁੰਦੀ ਹੈ ਕਿ ਬੇਜ਼ੁਬਾਨ ਗਾਂ ਦੀ ਤਰ੍ਹਾਂ ਮੈਂ ਇੱਕ ਹੀ ਕਿੱਲੇ 'ਤੇ ਬੰਨੀ ਰਹਾਂ ਤਾਂ ਤੂੰ ਗਲਤ ਸਮਝਦੀ ਹੈ। ਮੈਂ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਕੁੜੀ ਹਾਂ, ਕਿਸੇ ਤੋਂ ਦਬਣ ਵਾਲੀ ਨਹੀਂ ਹਾਂ। ਇੱਧਰ ਉੱਧਰ ਤੁਰੀ ਫਿਰਦੀ ਭਾਬੀ ਮੇਰੇ ਮੂੰਹੋਂ ਨਿਕਲੇ ਹਰ ਸ਼ਬਦ ਨੂੰ ਚੁੱਪਚਾਪ ਸੁਣ ਰਹੀ ਹੁੰਦੀ। ਇਸ ਵੱਲ ਮੇਰਾ ਧਿਆਨ ਹੀ ਨਾ ਗਿਆ, ਕਿਉਂਕਿ ਉਸਦੇ ਹਾਵ ਭਾਵ ਦੇਖ ਕੇ ਜ਼ਰਾ ਵੀ ਅਹਿਸਾਸ ਨਹੀਂ ਹੁੰਦਾ ਸੀ ਕਿ ਮੇਰੇ ਸ਼ਬਦਾਂ ਨੇ ਉਸ 'ਤੇ ਕੋਈ ਅਸਰ ਛੱਡਿਆ ਹੋਏਗਾ। ਮੰਮੀ ਇਕੱਲੇ ਮੈਨੂੰ ਬਹੁਤ ਸਮਝਾਉਂਦੀ, ਕਹਿੰਦੀ ਪਗਲੀ ਸਮਝੌਤਾ ਕਰਨਾ ਔਰਤ ਦੀ ਜ਼ਰੂਰਤ ਹੁੰਦੀ ਹੈ। ਆਪਣੀ ਭਾਬੀ ਨੂੰ ਦੇਖ, ਕਿੰਨੀ ਪੜ੍ਹੀ ਲਿਖੀ ਹੈ, ਲੱਖਾਂ ਦਾ ਦਹੇਜ ਲਿਆਈ ਹੈ। ਅਸੀਂ ਤਾਂ ਤੈਨੂੰ 4 ਚੂੜੀਆਂ ਤੇ ਇੱਕ ਲਾਲ ਜੋੜੇ ਵਿੱਚ ਹੀ ਵਿਦਾ ਕਰ ਦਿੱਤਾ ਸੀ। ਤਾਂ ਫਿਰ ਮੈਂ ਦੰਦ ਪੀਸ ਕੇ ਰਹਿ ਜਾਂਦੀ। ਕਿਹੋ ਜਿਹੀ ਮਾਂ ਹੈ ਇਹ, ਧੀ ਦੇ ਪ੍ਰਤੀ ਜਰਾ ਵੀ ਹਮਦਰਦੀ ਨਹੀਂ ਹੈ। ਮਾਂ ਜਾਂਦੀ ਤਾਂ ਪਾਪਾ ਮੇਰੇ ਕੋਲ ਆ ਕੇ ਬੈਠ ਜਾਂਦੇ, ਮੇਰੇ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਚਿੰਤਾ ਨਾ ਕਰ, ਜਦੋਂ ਤੱਕ ਮੈਂ ਜਿਉਂਦਾ ਹਾਂ ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਪਤਾ ਨਹੀਂ ਕਿਹੋ ਜਿਹੇ ਲੋਕਾਂ ਨਾਲ ਪਾਲਾ ਪੈ ਗਿਆ। ਲੋਕ ਨੂੰਹ ਨੂੰ ਧੀ ਦੀ ਤਰ੍ਹਾਂ ਰੱਖਦੇ ਆ ਤੇ ਇਹ ਲੋਕ ਤਾਂ। ਪਾਪਾ ਜੀ ਦੇ ਸ਼ਬਦ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਡੁੱਬਦੇ ਨੂੰ ਤੀਲੇ ਦਾ ਸਹਾਰਾ ਮਿਲ ਗਿਆ ਹੋਵੇ। ਕੋਈ ਤਾਂ ਹੈ ਜੋ ਮੇਰਾ ਆਪਣਾ ਹੈ। ਸੋਚਦੇ ਹੋਏ ਮੈਂ ਰਸੋਈ ਵਿੱਚ ਜਾ ਕੇ ਪਾਪਾ ਜੀ ਦੀ ਪਸੰਦ ਦਾ ਕੁਝ ਬਣਾ ਕੇ ਉਸ ਨੂੰ ਖਵਾਉਂਦੀ। ਜਗਮੀਤ ਦੀ ਕਮਾਈ ਨਾਲ ਜੋੜੇ ਹੋਏ ਪੈਸਿਆਂ ਨਾਲ ਮੈਂ ਭਾਬੀ ਦੇ ਨਾਲ ਬਾਜ਼ਾਰ ਜਾ ਕੇ ਆਪਣੇ ਪਿਓ ਲਈ ਕੁਝ ਚੰਗਾ ਖਰੀਦ ਕੇ ਲਿਆਉਂਦੀ। ਮੇਰੇ ਪਾਪਾ ਉਦੋਂ ਮੈਨੂੰ ਬਹੁਤ ਪਿਆਰ ਕਰਦੇ ਤੇ ਕਹਿੰਦੇ, ਕਿੰਨਾ ਫਰਕ ਹੈ ਧੀ ਤੇ ਪੁੱਤ ਵਿੱਚ। ਮੇਰੀ ਧੀ ਸਿੰਮੀ ਮੈਨੂੰ ਕਿੰਨਾ ਪਿਆਰ ਕਰਦੀ ਹੈ। ਇਸ ਤਰ੍ਹਾਂ ਦਿੱਤਾ ਗਿਆ ਇਹ ਤਾਨਾ ਭਾਬੀ ਤੇ ਵੀਰਾ ਸਾਡੇ ਸਾਰਿਆਂ ਤੋਂ ਨਜ਼ਰਾਂ ਚੁਰਾਉਂਦੇ ਹੋਏ ਝੱਲਦੇ ਸੀ, ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਅਪਰਾਧ ਕੀਤਾ ਹੋਵੇ। ਮੈਨੂੰ ਲੱਗਦਾ ਮੰਮੀ ਵੀ ਪਾਪਾ ਜੀ ਦੀ ਤਰ੍ਹਾਂ ਹੀ ਕਿਉਂ ਨਹੀਂ ਸੋਚਦੀ। ਉਹ ਤਾਂ ਮੇਰੀ ਜਨਮ ਦੇਣ ਵਾਲੀ ਹੈ, ਉਸ ਨੂੰ ਤਾਂ ਧੀ ਦੇ ਪ੍ਰਤੀ ਹੋਰ ਵੀ ਜ਼ਿਆਦਾ ਲਗਾਵ ਹੋਣਾ ਚਾਹੀਦਾ ਹੈ। ਵਿਆਹ ਤੋਂ ਪਹਿਲਾਂ ਨਾ ਸਮਝੀ ਦੀ ਤਲੀਜ਼ ਤੇ ਛਾਲਾਂ ਮਾਰਦਾ ਮੇਰਾ ਮਨ ਕਦੇ ਸੋਚ ਹੀ ਨਾ ਸਕਿਆ ਕਿ ਮਾਂ ਦੀ ਵੀ ਉਦੋਂ ਮਜਬੂਰੀ ਰਹੀ ਹੋਏਗੀ। ਮਹਿੰਗਾਈ ਦੇ ਜ਼ਮਾਨੇ ਵਿੱਚ ਘਰਵਾਲੇ ਦੀ ਸੀਮਤ ਆਮਦਨੀ ਵਿੱਚ 2 ਬੱਚਿਆਂ ਦੀ ਪਰਵਰਿਸ਼ ਕਰਨਾ ਕੋਈ ਮਜ਼ਾਕ ਤਾਂ ਨਹੀਂ ਸੀ। ਘਰ ਦੇ ਖਰਚਿਆਂ ਵਿੱਚ ਇੰਨਾ ਬਚਦਾ ਹੀ ਕਿੱਥੇ ਸੀ ਜੋ ਆਪਣੀ BA ਪਾਸ ਧੀ ਲਈ ਦਹੇਜ ਲਈ ਕੁਝ ਜੋੜ ਸਕਦੀ। ਇੱਕ ਇੱਕ ਪੈਸਾ ਸੋਚ ਸਮਝ ਕੇ ਖਰਚ ਕਰਨ ਵਾਲੀ ਮੇਰੀ ਮਾਂ ਕਦੇ ਸਾਨੂੰ ਇੱਕ ਰੁਮਾਲ ਤੇ ਚੱਪਲ ਲੈਣ ਲਈ ਵੀ ਤਰਸਾ ਦਿੰਦੀ ਸੀ। ਜਦੋਂ ਮੈਂ ਆਪਣੀਆਂ ਸਹੇਲੀਆਂ ਨੂੰ ਫੈਸ਼ਨੇਬਲ ਕੱਪੜਿਆਂ ਵਿੱਚ ਦੇਖਦੀ ਤਾਂ ਮਨ ਜ਼ਰੂਰ ਤੜਫਦਾ, ਪਰ ਮੈਂ ਕੁਝ ਕਰ ਨਾ ਸਕਦੀ ਸੀ। ਇਸ ਤਰ੍ਹਾਂ ਗੁਜ਼ਰਿਆ ਬਚਪਨ ਹੌਲੀ ਹੌਲੀ ਬੀਤਿਆ ਤੇ ਮੈਨੂੰ ਜਵਾਨੀ ਦੀ ਦਹਲੀਜ਼ ਤੇ ਪਹੁੰਚਾ ਦਿੱਤਾ। ਬਚਪਨ ਦੇ ਇਹਨਾਂ ਅਭਾਵਾਂ ਨੇ ਮੇਰੇ ਮਨ ਅੰਦਰ ਬਹੁਤ ਵੱਡੀਆਂ ਇੱਛਾਵਾਂ ਜਗਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਮੈਂ ਬਹੁਤ ਸਾਰੀਆਂ ਇੱਛਾਵਾਂ ਨਾਲ ਭਰ ਗਈ ਸੀ। ਕਲਪਨਾਵਾਂ ਵਿੱਚ ਮੈਂ ਇੱਕ ਇਹੋ ਜਿਹੇ ਅਮੀਰ ਪਤੀ ਦੀ ਛਵੀ ਬਣਾਈ ਸੀ ਜੋ ਵਧੀਆ ਕੱਪੜੇ ਪਾਏ, ਜਿਸ ਦੇ ਕੋਲ ਦੇਸ਼ ਵਿਦੇਸ਼ ਦੀਆਂ ਕਈ ਡਿਗਰੀਆਂ ਹੋਣ, ਨੌਕਰ ਚਾਕਰ ਹੋਣ, ਸ਼ਾਨਦਾਰ ਬੰਗਲਾ ਹੋਵੇ ਤੇ ਬਹੁਤ ਵਧੀਆ ਗੱਡੀਆਂ ਹੋਣ। ਸੱਸ ਨੂੰ ਮੈਂ ਇਹੋ ਜਿਹੀ ਸਮਾਰਟ ਔਰਤ ਦੇ ਰੂਪ ਵਿੱਚ ਸੋਚਿਆ ਸੀ ਜੋ ਕਲੱਬਾਂ ਵਿੱਚ ਜਾਂਦੀ ਹੋਵੇ, ਕਿੱਟੀ ਪਾਰਟੀਆਂ ਦਾ ਸ਼ੌਕ ਰੱਖਦੀ ਹੋਵੇ ਤੇ ਸਹੁਰਾ ਪਾਰਟੀਆਂ ਵਿੱਚ ਬਿਜ਼ੀ ਰਹਿੰਦਾ ਹੋਵੇ। ਕੁੱਲ ਮਿਲਾ ਕੇ ਮੈਂ ਬਹੁਤ ਆਲੀਸ਼ਾਨ ਸਹੁਰਿਆਂ ਦੀ ਕਲਪਨਾ ਕੀਤੀ ਸੀ। ਕਹਿੰਦੇ ਹੈ ਨਾ ਕਿ ਜ਼ਿੰਦਗੀ ਵਿੱਚ ਜਦੋਂ ਕੁਝ ਵੀ ਨਹੀਂ ਮਿਲਦਾ ਤਾਂ ਬਹੁਤ ਕੁਝ ਪਾਉਣ ਦੀ ਲਾਲਸਾ ਮਨ ਵਿੱਚ ਇੰਨੀ ਤੇਜ਼ ਹੋ ਉੱਠਦੀ ਹੈ ਕਿ ਇਨਸਾਨ ਆਪਣੀ ਔਕਾਤ, ਆਪਣੀਆਂ ਸੀਮਾਵਾਂ ਤੱਕ ਨੂੰ ਭੁੱਲ ਜਾਂਦਾ ਹੈ। ਇੱਕ ਸਧਾਰਨ ਦਿਸਣ ਵਾਲਾ BA ਪਾਸ ਜਗਮੀਤ, ਜਿਸ ਦੇ ਕੋਲ ਅਹੁਦੇ ਦੇ ਨਾਮ ਤੇ ਲੋਅਰ ਡਿਵੀਜ਼ਨ ਕਲਰਕ ਦੇ ਲੇਬਲ
ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ। ਮੈਨੂੰ ਜਰਾ ਵੀ ਪਸੰਦ ਨਹੀਂ ਆਇਆ ਸੀ। ਉਸ ਤੇ ਉਸ ਦਾ ਇਕਲੌਤਾ ਹੋਣਾ ਮੈਨੂੰ ਇਸ ਗੱਲ ਲਈ ਹਮੇਸ਼ਾ ਸ਼ੰਕਾ ਪੈਦਾ ਕਰਦਾ ਰਹਿੰਦਾ ਸੀ ਕਿ ਹੋਵੇ ਨਾ ਹੋਵੇ ਇਹਨਾਂ ਦੀਆਂ ਉਮੀਦਾਂ ਮੇਰੇ ਤੇ ਬਹੁਤ ਜ਼ਿਆਦੀਆਂ ਹੋਣਗੀਆਂ। ਮੇਰੇ ਵਿਰੋਧ ਦੇ ਬਾਵਜੂਦ ਮੇਰੇ ਮੰਮੀ ਪਾਪਾ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਤੇ ਮੈਂ ਜਗਮੀਤ ਦੀ ਦੁਲਹਨ ਬਣ ਕੇ ਇਸ ਘਰ ਵਿੱਚ ਆ ਗਈ। ਉਂਝ ਤਾਂ ਇਸ ਘਰ ਵਿੱਚ ਕੋਈ ਕਮੀ ਨਹੀਂ ਸੀ, ਜ਼ਿਆਦਾ ਪੜ੍ਹਿਆ ਲਿਖਿਆ ਪਰਿਵਾਰ ਨਹੀਂ ਸੀ, ਪਰ ਚੰਗਾ ਘਰ, ਜ਼ਮੀਨ ਜਾਇਦਾਦ ਸਭ ਕੁਝ ਸੀ। ਇੱਥੋਂ ਤੱਕ ਕਿ ਮੂੰਹ ਦਿਖਾਈ ਦੀ ਰਸਮ ਤੇ ਮੇਰੇ ਸਹੁਰੇ ਨੇ ਗੱਡੀ ਦੀ ਚਾਬੀ ਮੈਨੂੰ ਦੇ ਦਿੱਤੀ ਸੀ। ਪਰ ਮੇਰਾ ਮਨ ਪਰੇਸ਼ਾਨ ਸੀ। ਹੀਰੇ ਚਾਂਦੀ ਦੀ ਚਕਾਚੌਂਧ ਤੇ ਸੋਨੇ ਨਗੀਨੇ ਦੀ ਖਣਕ ਤਾਂ ਜਗਮੀਤ ਦੇ ਪਾਪਾ ਦੀ ਦਿੱਤੀ ਹੋਈ ਹੈ। ਉਸ ਦਾ ਆਪਣਾ ਕੀ ਹੈ? ਤਨਖਾਹ ਵੀ ਇੰਨੀ ਕਿ ਐਸ਼ੋ ਆਰਾਮ ਦੇ ਸਾਧਨ ਤਾਂ ਦੂਰ ਦੀ ਗੱਲ, ਮੇਰੇ ਲਈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਮੁਸ਼ਕਲ ਸੀ। ਮੈਂ ਹਰ ਸਮੇਂ ਚਿੜਦੀ ਰਹਿੰਦੀ। ਸਹੁਰਿਆਂ ਨੂੰ ਬੇਇੱਜ਼ਤ ਕਰਨਾ ਤੇ ਘਰ ਵਾਲੇ ਦੀ ਅਣਦੇਖੀ ਕਰਨਾ ਮੇਰਾ ਇਹ ਰੋਜ਼ ਦਾ ਕੰਮ ਹੋ ਗਿਆ ਸੀ। ਪਰ ਜਦੋਂ ਪਾਣੀ ਸਿਰ ਦੇ ਉੱਤੋਂ ਲੰਘਣ ਲੱਗਿਆ ਤਾਂ ਉਹ ਬੋਲਣ ਲੱਗ ਗਿਆ। ਕਹਿੰਦਾ, ਤੂੰ ਕੋਈ ਮਹਾਰਾਣੀ ਹੈ ਜੋ ਹਮੇਸ਼ਾ ਪਈ ਰਹਿੰਦੀ ਹੈ ਤੇ ਮਾਂ ਸੇਵਾ ਕਰਦੀ ਰਹਿੰਦੀ ਹੈ। ਮੈਂ ਅੱਗੋਂ ਕਿਹਾ, ਕੀ ਮਤਲਬ ਹੈ ਤੇਰਾ? ਮੈਂ ਅੱਗੋਂ ਤਨ ਗਈ। ਮਤਲਬ ਇਹ ਕਿ ਤੂੰ ਘਰ ਦੀ ਬਹੂ ਹੈ ਤੇ ਘਰ ਦੇ ਕੰਮਕਾਜ ਵਿੱਚ ਮਾਂ ਦੀ ਮਦਦ ਕਰ। ਮੈਂ ਅੱਗੋਂ ਕਹਿੰਦੀ, ਕਿਉਂ ਕਿ ਮੇਰੇ ਆਉਣ ਤੋਂ ਪਹਿਲਾਂ ਤੇਰੀ ਮਾਂ ਕੰਮ ਨਹੀਂ ਕਰਦੀ ਸੀ? ਮੈਂ ਮਹਾਭਾਰਤ ਸ਼ੁਰੂ ਹੋਣ ਦੀ ਸੂਚਨਾ ਦੇ ਦਿੱਤੀ ਸੀ। ਤਾਂ ਜਗਮੀਤ ਕਹਿੰਦਾ, ਉਦੋਂ ਤੇ ਹੁਣ ਵਿੱਚ ਫਰਕ ਹੈ। ਜਦੋਂ ਕੋਈ ਸਾਹਮਣੇ ਹੁੰਦਾ ਹੈ ਤਾਂ ਉਮੀਦ ਹੁੰਦੀ ਹੈ। ਮੇਰੀ ਮਾਂ ਤਾਂ ਕਦੇ ਭਾਬੀ ਤੋਂ ਜਰਾ ਵੀ ਉਮੀਦ ਨਹੀਂ ਕਰਦੀ। ਤੇਰੇ ਘਰ ਦੇ ਰਿਵਾਜ ਇੰਨੇ ਅਜੀਬ ਕਿਉਂ ਆ? ਤਾਂ ਅੱਗੋਂ ਜਗਮੀਤ ਕਹਿੰਦਾ, ਤੇਰੀ ਭਾਬੀ ਨੌਕਰੀ ਕਰਦੀ ਹੈ, ਆਰਥਿਕ ਰੂਪ ਵਿੱਚ ਤੇਰੇ ਪਰਿਵਾਰ ਦੀ ਮਦਦ ਕਰਦੀ ਹੈ। ਜਗਮੀਤ ਨੇ ਗੁੱਸੇ ਵਿੱਚ ਮੇਰੇ ਵੱਲ ਦੇਖਿਆ ਤਾਂ ਮੈਂ ਸਮਝ ਗਈ ਕਿ ਕੰਮ ਤਾਂ ਮੈਨੂੰ ਕਰਨਾ ਹੀ ਪਏਗਾ, ਪਰ ਇੰਨੀ ਜਲਦੀ ਮੈਂ ਝੁਕਣ ਨੂੰ ਤਿਆਰ ਨਹੀਂ ਸੀ। ਚੁੱਪਚਾਪ ਨਦੀ ਵਿੱਚ ਪੱਥਰ ਮਾਰਨਾ ਮੈਨੂੰ ਵੀ ਆਉਂਦਾ ਸੀ। ਮੈਂ ਚੁੱਪ ਕਰਕੇ ਕੰਮ ਵਿੱਚ ਲੱਗ ਗਈ। ਸੱਸ ਚਾਹ ਬਣਾਉਂਦੀ, ਮੈਂ ਖੰਡ ਹੋਰ ਪਾ ਦਿੰਦੀ। ਪਾਪਾ ਜੀ ਜਾਂ ਜਗਮੀਤ ਕੁਝ ਕਹਿੰਦੇ ਤਾਂ ਮੈਂ ਮੰਮੀ ਦਾ ਨਾਮ ਲਗਾ ਦਿੰਦੀ। ਇੱਕ ਦਿਨ ਮੈਂ ਸਬਜ਼ੀ ਨੂੰ ਇੰਨੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ ਕਿ ਮੰਮੀ ਪਰੇਸ਼ਾਨ ਹੋ ਗਈ। ਫਿਰ ਤਾਂ ਸ਼ਿਕਾਇਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਹਰ ਗੱਲ ਦਾ ਮੂੰਹ ਤੋੜ ਜਵਾਬ ਦਿੰਦੀ। ਮੈਂ ਹਰ ਵਕਤ ਲੜਾਈ ਕਰਨ ਦੀ ਤਿਆਰੀ ਵਿੱਚ ਲੱਗੀ ਰਹਿੰਦੀ। ਕੀ ਮਜਾਲ ਜੋ ਮੇਰੇ ਸਾਹਮਣੇ ਕੋਈ ਥੋੜ੍ਹੀ ਜਿਹੀ ਵੀ ਚੂੰ ਚਾਂ ਕਰ ਲੈਂਦਾ। ਜਗਮੀਤ ਨੂੰ ਬੁਰਾ ਤਾਂ ਬਹੁਤ ਲੱਗਦਾ ਸੀ, ਪਰ ਮੇਰੇ ਸਾਹਮਣੇ ਮੇਰੇ ਬਦਤਮੀਜ਼ ਸੁਭਾਅ ਨੂੰ ਦੇਖ ਕੇ ਉਹ ਚੁੱਪ ਹੋ ਜਾਂਦਾ। ਜਲਦੀ ਹੀ ਸੱਸ ਵੀ ਸਮਝ ਗਈ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਸੱਸ ਤੇ ਸਹੁਰੇ ਨੇ ਖੁਦ ਨੂੰ ਇੱਕ ਕਮਰੇ ਵਿੱਚ ਹੀ ਬੰਦ ਕਰ ਲਿਆ। ਘਰ ਵਿੱਚ ਹੁਣ ਮੇਰਾ ਰਾਜ ਸੀ। ਆਪਣੀ ਮਰਜ਼ੀ ਨਾਲ ਪਕਾਉਂਦੀ, ਆਪਣੀ ਮਰਜ਼ੀ ਨਾਲ ਖਾਂਦੀ, ਬਹੁਤ ਘੁੰਮਦੀ ਫਿਰਦੀ। ਹੁਣ ਤਾਂ ਘਰ ਵਿੱਚ ਮੇਰੀਆਂ ਸਹੇਲੀਆਂ ਦੀਆਂ ਬਹੁਤ ਮਹਿਫਲਾਂ ਜੰਮੀਆਂ ਰਹਿੰਦੀਆਂ ਸੀ। ਕੁੱਲ ਮਿਲਾ ਕੇ ਆਨੰਦ ਹੀ ਆਨੰਦ ਸੀ। ਆਪਣੇ ਘਰ ਵਿੱਚ ਆਪਣੀ ਜਿੱਤ ਦਾ ਝੰਡਾ ਲਹਿਰਾ ਕੇ ਮੈਂ ਆਪਣੀ ਭਾਬੀ ਨੂੰ ਫੋਨ ਕੀਤਾ ਤੇ ਮਜ਼ੇ ਲੈ ਲੈ ਕੇ ਬਹੁਤ ਕਿੱਸੇ ਸੁਣਾਏ। ਭਾਬੀ ਉਦੋਂ ਤਾਂ ਚੁੱਪਚਾਪ ਸੁਣਦੀ ਰਹੀ, ਪਰ ਜਦੋਂ ਮੈਂ ਮਾਂ ਦੇ ਕੋਲ ਗਈ ਤਾਂ ਭਾਬੀ ਨੇ ਬਹੁਤ ਕੁਝ ਕਿਹਾ। ਕੀ ਗੱਲ ਹੈ ਸਿੰਮੀ, ਬਹੁਤ ਖੁਸ਼ ਦਿਖਾਈ ਦੇ ਰਹੀ ਹੈ। ਭਾਬੀ, ਘਰ ਦਾ ਹਰ ਜੀ ਹੁਣ ਮੇਰੇ ਇਸ਼ਾਰਿਆਂ ਤੇ ਨੱਚਦਾ ਹੈ। ਕੀ ਮਜ਼ਾਲ ਹੈ ਜੋ ਕੋਈ ਉਫ ਵੀ ਕਰ ਜਾਏ। ਭਾਬੀ ਨੇ ਫਿਰ ਪੁੱਛਿਆ, ਘਰ ਦਾ ਖਰਚਾ ਵੀ ਹੁਣ ਤੇਰੇ ਹੀ ਹੱਥ ਵਿੱਚ ਹੋਏਗਾ? ਉਸ ਦੀ ਜਿਗਿਆਸਾ ਹੋਰ ਵੱਧ ਗਈ। ਮੈਂ ਕਿਹਾ, ਹਾਂ ਭਾਬੀ, ਹੁਣ ਤਾਂ ਸਹੁਰੇ ਦੀ ਅਲਮਾਰੀ ਦੀ ਚਾਬੀ ਮੇਰੇ ਹੀ ਹੱਥ ਵਿੱਚ ਰਹਿੰਦੀ ਹੈ। ਤੂੰ ਤਾਂ ਜਾਣਦੀ ਹੀ ਹੈ ਭਾਬੀ, ਜਗਮੀਤ ਦੀ ਤਨਖਾਹ ਤਾਂ ਇੰਨੀ ਘੱਟ ਹੈ ਕਿ ਰਾਸ਼ਨ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ। ਆਪਣੀ ਪੂਰੀ ਤਨਖਾਹ ਮਾਂ ਦੇ ਹੱਥ 'ਤੇ ਰੱਖਣ ਵਾਲੀ ਭਾਬੀ ਦੇ ਮਨ ਵਿੱਚ ਈਰਖਾ ਦੇ ਬੀਜ ਬੀਜੇ ਗਏ। ਇਹ ਮੈਂ ਉਦੋਂ ਭਲਾ ਕਿੱਥੇ ਜਾਣ ਸਕੀ ਸੀ। ਭਾਬੀ ਬਸ ਮੈਨੂੰ ਇੱਕ ਹੀ ਗੱਲ ਖੜਕਦੀ ਹੈ। ਮੈਂ ਮੂੰਹ ਲਮਕਾ ਕੇ ਕਿਹਾ ਤਾਂ ਉਹ ਕਹਿੰਦੀ, ਉਹ ਕਿਹੜੀ?
ਜਗਮੀਤ ਦੀ ਮੂੰਹ ਬੋਲੀ ਭੈਣ ਜਦੋਂ ਮਰਜ਼ੀ ਆ ਟਪਕਦੀ ਹੈ। ਮੰਮੀ ਕਹਿੰਦੀ ਬੇਟਾ ਆਪਣੇ ਸਕੇ ਸੰਬੰਧੀ ਵੀ ਕਦੇ ਬੁਰੇ ਲੱਗਦੇ ਨੇ ਕਿ ਉਹਨਾਂ ਨਾਲ ਤਾਂ ਘਰ ਭਰਿਆ ਭਰਿਆ ਲੱਗਦਾ ਹੈ। ਆਪਣੇ ਸੁਖੀ ਸੰਸਾਰ ਤੇ ਗਹਿਰੇ ਬੱਦਲਾਂ ਦਾ ਅਨੁਮਾਨ ਹੁੰਦੇ ਦੇਖ ਮਾਂ ਨੇ ਜਿਵੇਂ ਮੈਨੂੰ ਸਮਝਾਇਆ, ਪਰ ਸਿੱਖਿਆ ਤਾਂ ਉਸ ਨੂੰ ਦਿੱਤੀ ਜਾਂਦੀ ਹੈ ਜੋ ਸਿੱਖਣਾ ਚਾਹੇ। ਮੈਂ ਤਾਂ ਸਿੱਖਣਾ ਚਾਹੁੰਦੀ ਹੀ ਨਹੀਂ ਸੀ। ਘਰ ਤਾਂ ਭਰਿਆ ਰਹਿੰਦਾ ਹੈ ਮੰਮੀ, ਪਰ ਆਓ ਭਗਤ ਵੀ ਤਾਂ ਕਰਨੀ ਪੈਂਦੀ ਹੈ। ਖਰਚਾ ਹੁੰਦਾ ਹੈ ਉਹ ਅਲੱਗ। ਇਹ ਸੁਣ ਕੇ ਮਾਂ ਜਿਵੇਂ ਹੈਰਾਨੀ ਵਿੱਚ ਹੋ ਗਈ। ਹਰ ਸਕੇ ਸੰਬੰਧੀ ਦਾ ਆਦਰ ਸਤਿਕਾਰ ਕਰਨ ਵਾਲੀ ਮਾਂ ਨੂੰ ਧੀ ਦੀਆਂ ਇਹਨਾਂ ਗੱਲਾਂ ਵਿੱਚ ਪਰਾਏਪਨ ਦੀ ਬਦਬੂ ਆ ਰਹੀ ਸੀ। ਆਪਣੀ ਗੱਲ ਕਹਿ ਕੇ ਮੈਂ ਤਾਂ ਘਰੇ ਵਾਪਸ ਆ ਗਈ। ਇਸ ਤਰ੍ਹਾਂ ਦਿਨ ਬੀਤ ਰਹੇ ਸੀ। ਮੇਰੇ ਵਿਆਹ ਨੂੰ 3 ਸਾਲ ਹੋ ਗਏ ਸੀ। ਘਰ ਵਿੱਚ ਨਵਾਂ ਮਹਿਮਾਨ ਆਉਣ ਵਾਲਾ ਸੀ। ਸਾਰੇ ਬਹੁਤ ਖੁਸ਼ ਸੀ। ਜਗਮੀਤ ਦੀ ਮਾਂ ਮੇਰੀ ਬਹੁਤ ਦੇਖਭਾਲ ਕਰਦੀ ਸੀ। ਉਹ ਜੀ ਜਾਨ ਨਾਲ ਆਪਣੇ ਪੋਤੇ ਦੇ ਆਉਣ ਦੀਆਂ ਤਿਆਰੀਆਂ ਵਿੱਚ ਲੱਗੀ ਹੋਈ ਸੀ। ਮੈਨੂੰ ਕਿਸੇ ਸਮੇਂ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ, ਇਸ ਉਧੇੜ-ਬੁਣ ਵਿੱਚ ਉਸ ਦਾ ਸਾਰਾ ਸਮਾਂ ਨਿਕਲ ਜਾਂਦਾ। ਮੈਂ ਸੋਚਿਆ ਕਿਤੇ ਇਹ ਨਾ ਹੋਵੇ ਕਿਤੇ ਮੇਰੇ ਨੇੜੇ ਆ ਕੇ ਉਹ ਜ਼ਿੰਦਗੀ ਵਿੱਚ ਦਖਲ ਦੇਣਾ ਸ਼ੁਰੂ ਕਰ ਦੇਵੇ। ਸ਼ੱਕ ਦੇ ਬੱਦਲ ਮੇਰੇ ਮਨ ਵਿੱਚ ਇੱਧਰ-ਉੱਧਰ ਮੰਡਰਾਉਣ ਲੱਗੇ। ਇੱਕ ਦਿਨ ਮੈਂ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਮੰਮੀ ਤੁਸੀਂ ਪਰੇਸ਼ਾਨ ਨਾ ਹੋਵੋ, ਡਿਲੀਵਰੀ ਮੈਂ ਆਪਣੇ ਪੇਕਿਆਂ 'ਤੇ ਹੀ ਕਰਵਾਵਾਂਗੀ। ਮੇਰੀ ਸੱਸ ਕਹਿੰਦੀ ਪਹਿਲਾ ਬੱਚਾ ਹੈ, ਉਹ ਵੀ ਪੇਕਿਆਂ 'ਤੇ। ਉਹ ਹੈਰਾਨ ਹੋਈ ਤਾਂ ਮੈਂ ਕਿਹਾ ਜੀ ਹਾਂ, ਕਿਉਂਕਿ ਤੇਰੇ ਤੋਂ ਜ਼ਿਆਦਾ ਮੈਨੂੰ ਆਪਣੀ ਮਾਂ 'ਤੇ ਭਰੋਸਾ ਹੈ। ਮੈਂ ਬਹੁਤ ਦਿਨਾਂ ਦੇ ਬਾਅਦ ਮੈਂ ਫਿਰ ਤੂਫਾਨ ਉਠਾ ਦਿੱਤਾ। ਇਹ ਸੁਣ ਕੇ ਅਚਾਨਕ ਸਾਹਮਣੇ ਖੜਾ ਜਗਮੀਤ ਦਾ ਮਰਦ ਅੰਦਰੋਂ ਜਾਗ ਉੱਠਿਆ। ਉਸਨੇ ਗੁੱਸੇ ਨਾਲ ਇੱਕ ਥੱਪੜ ਮੇਰੀ ਗੱਲ 'ਤੇ ਜੜ ਦਿੱਤਾ। ਇਸ ਘਰ ਵਿੱਚ ਤੂੰ ਨਾਗਨ ਵਰਗੀ ਹੈ, ਪੂਰੇ ਘਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਹੁਣ ਤਾਂ ਇਸ ਘਰ ਦੀਆਂ ਕੰਧਾਂ ਵੀ ਸਾਨੂੰ ਖਾਣ ਨੂੰ ਆਉਂਦੀਆਂ ਨੇ। ਮੈਂ ਕਿਹਾ ਮੇਰਾ ਅਪਮਾਨ ਕਰਨ ਦੀ ਤੇਰੀ ਜ਼ਰੂਰਤ ਕਿਵੇਂ ਹੋਈ? ਹੁਣ ਮੈਂ ਇੱਥੇ ਇੱਕ ਪਲ ਵੀ ਨਹੀਂ ਰੁਕਾਂਗੀ। ਮੈਂ ਬੈਗ ਵਿੱਚ ਆਪਣੇ ਕੱਪੜੇ ਪਾਏ ਤੇ ਮਾਂ ਦੇ ਕੋਲ ਚਲੀ ਗਈ। ਵੈਸੇ ਵੀ 8ਵਾਂ ਮਹੀਨਾ ਚੱਲ ਰਿਹਾ ਸੀ। ਜਾਣਾ ਤਾਂ ਸੀ ਹੀ। ਮੈਨੂੰ ਕਿਸੇ ਨੇ ਰੋਕਿਆ ਨਹੀਂ ਤੇ ਜੇ ਕੋਈ ਰੋਕਦਾ ਵੀ ਤਾਂ ਮੈਂ ਰੁਕਣ ਵਾਲੀ ਨਹੀਂ ਸੀ। ਜਦੋਂ ਪੇਕਿਆਂ 'ਤੇ ਪਹੁੰਚੀ ਤਾਂ ਘਰ ਵਿੱਚ ਡਰਾਇੰਗ ਰੂਮ ਵਿੱਚ ਬਹੁਤ ਹਲਚਲ ਸੀ। ਭਾਬੀ ਦੇ ਮੰਮੀ ਪਾਪਾ ਆਪਣੀ ਧੀ ਦੀ ਗੋਦ ਭਰਾਈ ਦੀ ਰਸਮ 'ਤੇ ਰੰਗੀਨ ਟੀਵੀ, ਫਰਿੱਜ ਲਿਆਏ ਸੀ। ਛੋਟੇ-ਮੋਟੇ ਕਈ ਤੋਹਫਿਆਂ ਨਾਲ ਕਮਰਾ ਭਰਿਆ ਹੋਇਆ ਸੀ। ਘਰ ਦੇ ਸਾਰੇ ਜੀਅ ਕੁੜਮਾਂ ਦੀ ਸੇਵਾ ਵਿੱਚ ਲੱਗੇ ਹੋਏ ਸੀ। ਮਾਂ ਨੇ ਉੱਡਦੀ ਜਿਹੀ ਨਜ਼ਰ ਮੇਰੇ 'ਤੇ ਮਾਰੀ। ਉਸ ਦੀਆਂ ਅਨੁਭਵੀ ਅੱਖਾਂ ਨੂੰ ਇਹ ਸਮਝਣ 'ਤੇ ਜ਼ਰਾ ਵੀ ਦੇਰ ਨਾ ਲੱਗੀ ਕਿ ਮੇਰੇ ਘਰ ਵਿੱਚ ਜ਼ਰੂਰ ਕੁਝ ਨਾ ਕੁਝ ਘਟਨਾ ਘਟੀ ਹੈ। ਪਰ ਕੁੜਮਾਂ ਦੇ ਸਾਹਮਣੇ ਕਿਵੇਂ ਪੁੱਛਦੀ? ਆਪਣੇ ਨਾਲ-ਨਾਲ ਮੇਰੇ ਸਹੁਰਿਆਂ ਦੀ ਵੀ ਤਾਂ ਬਦਨਾਮੀ ਹੁੰਦੀ, ਜੋ ਉਹਨਾਂ ਵਰਗੀ ਸਮਝਦਾਰ ਔਰਤ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਜਦੋਂ ਮਹਿਮਾਨ ਚਲੇ ਗਏ ਤਾਂ ਮੰਮੀ ਪਾਪਾ ਮੇਰੇ ਕੋਲ ਆ ਕੇ ਬੈਠ ਗਏ। ਵੀਰੇ ਦੇ ਕਮਰੇ ਵਿੱਚ ਆ ਰਹੀ ਰੋਸ਼ਨੀ ਤੋਂ ਸਾਫ਼ ਸੀ ਕਿ ਉਹ ਵੀ ਅਜੇ ਤੱਕ ਸੁੱਤੇ ਨਹੀਂ ਹਨ। ਮਾਂ ਹੌਲੀ-ਹੌਲੀ ਮੈਨੂੰ ਪੁੱਛਣ ਲੱਗੀ ਤੇ ਮੈਂ ਸਭ ਕੁਝ ਦੱਸਦੀ ਗਈ। ਮਾਂ ਤੂੰ ਨਹੀਂ ਜਾਣਦੀ ਉਹ ਮੈਨੂੰ ਕੀ ਕਹਿੰਦੇ ਆ। ਉਹਨਾਂ ਨੇ ਮੈਨੂੰ ਨਾਗਨ ਕਿਹਾ ਹੈ। ਮੈਂ ਭਰੇ ਗਲੇ ਨਾਲ ਕਿਹਾ, ਠੀਕ ਹੀ ਤਾਂ ਕਿਹਾ ਹੈ ਉਹਨਾਂ ਨੇ, ਗਲਤ ਕੀ ਕਿਹਾ ਹੈ? ਵੀਰੇ ਦੇ ਗੁੱਸੇ ਨਾਲ ਭਰੀ ਆਵਾਜ਼ ਸੀ। ਆਪੇ ਤੋਂ ਬਾਹਰ ਹੋ ਕੇ ਪਤਾ ਨਹੀਂ ਕਦੋਂ ਦਾ ਉਹ ਦਰਵਾਜ਼ੇ 'ਤੇ ਖੜਾ ਹੋਇਆ ਮੇਰੀਆਂ ਤੇ ਮਾਂ ਦੀਆਂ ਗੱਲਾਂ ਸੁਣ ਰਿਹਾ ਸੀ। ਮੰਮੀ ਕਦੇ ਮੇਰਾ ਮੂੰਹ ਦੇਖਦੀ ਤੇ ਕਦੇ ਵੀਰੇ ਦਾ। ਸਿੰਮੀ, ਆਖਰ ਭਾਵਨਾਵਾਂ ਦਾ ਵੀ ਕੁਝ ਮੁੱਲ ਹੁੰਦਾ ਹੈ। ਜਗਮੀਤ ਇਕਲੌਤਾ ਹੈ। ਪਤਾ ਨਹੀਂ ਕਿਹੋ ਜਿਹੀਆਂ ਉਮੀਦਾਂ ਰੱਖਦੇ ਨੇ ਉਹ ਆਪਣੇ ਪੁੱਤ ਨੂੰਹ ਤੋਂ, ਪਰ ਤੂੰ ਤਾਂ ਕਿਤੇ ਵੀ ਖਰੀ ਨਹੀਂ ਉਤਰੀ। ਤੈਨੂੰ ਤਾਂ ਬਸ ਸ਼ਾਂਤ ਨਦੀ ਵਿੱਚ ਪੱਥਰ ਮਾਰਨਾ ਹੀ ਆਉਂਦਾ ਹੈ। ਮੰਮੀ ਵੀਰੇ ਨੂੰ ਚੁੱਪ ਕਰਾਉਣਾ ਚਾਹੁੰਦੀ ਸੀ, ਪਰ ਉਸ ਦਾ ਗੁੱਸਾ ਸਾਰੀਆਂ ਹੱਦਾਂ ਪਾਰ ਕਰ ਚੁੱਕਿਆ ਸੀ। ਉਹ ਕਹਿੰਦਾ ਇਸ ਕੁੜੀ ਨੂੰ ਸਭ ਕੁਝ ਤਾਂ ਮਿਲਿਆ ਹੈ, ਪੈਸਾ, ਪਿਆਰ, ਮਾਣ, ਇੱਜ਼ਤ। ਇਸ ਵਿੱਚ ਹੀ ਸਭ ਕੁਝ ਪਹੁੰਚਾਉਣ ਦੀ ਤਾਕਤ ਨਹੀਂ ਹੈ। ਜਦੋਂ ਸਭ ਕੁਝ ਆਸਾਨੀ ਨਾਲ ਮਿਲ ਜਾਏ ਤਾਂ ਕੁਝ ਲੋਕਾਂ ਨੂੰ ਬਿਨਾਂ ਮਤਲਬ ਹੀ ਕਲੇਸ਼ ਕਰਨ ਵਿੱਚ ਸੁੱਖ ਮਿਲਦਾ ਹੈ। ਕਹਿੰਦੇ ਹੋਏ ਵੀਰਾ ਉੱਠਿਆ ਤੇ ਕਮਰੇ ਤੋਂ ਬਾਹਰ ਨਿਕਲ ਗਿਆ। ਉਸ ਦੇ ਬਾਅਦ ਵੀਰੇ ਭਾਬੀ ਦੀ ਗੱਲਬਾਤ ਬਹੁਤ ਦੇਰ ਤੱਕ ਚੱਲਦੀ ਰਹੀ। ਇੱਧਰ ਮਾਂ ਸਾਰੀ ਰਾਤ ਮੈਨੂੰ ਸਮਝਾਉਂਦੀ ਰਹੀ ਕਿ ਮੈਂ ਆਪਣਾ ਫੈਸਲਾ ਬਦਲ ਲਵਾਂ। ਇੱਕ ਤਾਂ ਮੇਰੇ ਖਰਚੇ ਦਾ ਜ਼ਿਆਦਾ ਬੋਝ ਉਠਾਉਣ ਦੀ ਉਹਨਾਂ ਵਿੱਚ ਸ਼ਮਤਾ ਨਹੀਂ ਸੀ।
ਜੋ ਕੁਝ ਕਰਨਾ ਸੀ ਵੀਰੇ ਭਾਬੀ ਨੇ ਹੀ ਕਰਨਾ ਸੀ। ਦੂਜਾ, ਮੇਰੇ ਵਧੇ ਹੋਏ ਕੰਮ ਦਾ ਬੋਝ ਉਠਾਉਣ ਦੀ ਹਿੰਮਤ ਵੀ ਉਹਨਾਂ ਦੇ ਕਮਜ਼ੋਰ ਸਰੀਰ ਵਿੱਚ ਨਹੀਂ ਸੀ। ਵੀਰੇ ਭਾਬੀ ਦੇ ਬਦਲੇ ਹੋਏ ਤੇਵਰਾਂ ਤੋਂ ਆਉਣ ਵਾਲੇ ਤੂਫਾਨ ਦੀ ਸੰਭਾਵਨਾ ਸਾਫ਼ ਦਿਖਾਈ ਦੇ ਰਹੀ ਸੀ, ਪਰ ਮੈਂ ਟਸ ਤੋਂ ਮਸ ਨਹੀਂ ਹੋਈ। ਜਗਮੀਤ ਦੀ ਮਾਂ ਤੋਂ ਕੁਝ ਵੀ ਆਪਣੇ ਲਈ ਕਰਵਾਉਣ ਦਾ ਮਤਲਬ ਸੀ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰਨਾ। ਦੂਜੇ ਹੀ ਦਿਨ ਜਗਮੀਤ ਦੇ ਪਾਪਾ ਦਾ ਫੋਨ ਆਇਆ। ਕਹਿੰਦੇ, ਬੱਚੇ ਨੇ ਨੋਕ ਝੋਕ ਤਾਂ ਆਪਸ ਵਿੱਚ ਚੱਲਦੀ ਰਹਿੰਦੀ ਹੈ, ਬਹੂ ਨੂੰ ਕਹੋ ਸਮਾਨ ਬੰਨ ਲਵੇ ਤੇ ਘਰ ਵਾਪਸ ਆ ਜਾਏ। ਪਰ ਮੈਂ ਤਾਂ ਸਵਾ ਮਨ ਦੀ ਬਣੀ ਹੋਈ ਸੀ, ਨਾ ਜਾਣਾ ਸੀ ਨਾ ਹੀ ਗਈ। ਸਾਰਾ ਦਿਨ ਆਰਾਮ ਕਰਦੀ, ਨਾ ਹਿਲਦੀ ਨਾ ਜੁਲਦੀ। ਮਾਂ ਦੀ ਵੀ ਉਮਰ ਹੋ ਗਈ ਸੀ, ਕਿੰਨਾ ਕਰਦੀ। ਭਾਬੀ ਦਾ ਸਾਰਾ ਦਿਨ ਆਫਿਸ ਵਿੱਚ ਕੰਮ ਕਰਦੀ ਤੇ ਵਾਪਸ ਆ ਕੇ ਮਾਂ ਦਾ ਕੰਮ ਵਿੱਚ ਹੱਥ ਵੰਡਾਉਂਦੀ। ਮੈਂ ਭਾਬੀ ਨੂੰ ਸੁਣਾ ਕੇ ਮਾਂ ਦਾ ਪੱਖ ਲੈਂਦੀ। ਮੰਮੀ ਵਿਚਾਰੀ ਕਿੰਨਾ ਕੰਮ ਕਰਦੀ ਹੈ। ਇੱਕ ਮੇਰੀ ਸੱਸ ਹੈ ਜੋ ਰਾਜ ਰਾਣੀ ਦੀ ਤਰ੍ਹਾਂ ਬਸ ਬੈੱਡ ਤੇ ਹੀ ਬੈਠੀ ਰਹਿੰਦੀ ਹੈ। ਮਾਂ ਨਾਲ ਹਮਦਰਦੀ ਜਤਾਉਂਦੇ ਹੋਏ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਮਾਂ ਮੈਨੂੰ ਪਿਆਰ ਕਰਦੀ, ਪਰ ਇਸ ਵਿੱਚ ਭਾਬੀ ਮੈਦਾਨ ਛੱਡ ਕੇ ਚਲੀ ਜਾਂਦੀ। ਕਾਫੀ ਦਿਨਾਂ ਤੱਕ ਉਸ ਦਾ ਮੂਡ ਉਖੜਿਆ ਰਹਿੰਦਾ ਸੀ। ਮੇਰੇ ਬੱਚੇ ਦੇ ਪੈਦਾ ਹੋਣ 'ਤੇ ਹਸਪੀਟਲ ਵਿੱਚ ਸਾਰੇ ਮੌਜੂਦ ਸੀ। ਆਪਣੇ ਪੋਤੇ ਨੂੰ ਦੇਖਦੇ ਹੀ ਜਗਮੀਤ ਦੀ ਮਾਂ ਖੁਸ਼ ਹੋ ਗਈ। ਹੂ ਬਹੂ ਜਗਮੀਤ ਦੀ ਤਸਵੀਰ ਹੈ, ਵੈਸੇ ਹੀ ਨੈਣ ਨਕਸ਼, ਉਵੇਂ ਦਾ ਹੀ ਚੌੜਾ ਮੱਥਾ, ਉਵੇਂ ਦਾ ਹੀ ਰੰਗ ਰੂਪ। ਮੈਂ ਅੱਗੋਂ ਕਿਹਾ, ਸੂਰਤ ਚਾਹੇ ਜਗਮੀਤ ਨਾਲ ਮਿਲੇ, ਪਰ ਸੀਰਤ ਮੇਰੇ ਨਾਲ ਹੀ ਮਿਲਣੀ ਚਾਹੀਦੀ ਹੈ। ਮੈਂ ਬੇਵਕੂਫੀ ਭਰਿਆ ਜਵਾਬ ਦਿੱਤਾ ਤੇ ਆਪਣੇ ਗੰਦੇ ਤਰੀਕੇ ਨਾਲ ਜਗਮੀਤ ਦੀ ਨਾਰਾਜ਼ਗੀ ਦਾ ਇੰਤਜ਼ਾਰ ਕਰਨ ਲੱਗੀ, ਪਰ ਉਹਨਾਂ ਨੇ ਕੁਝ ਨਹੀਂ ਕਿਹਾ ਸੀ। ਪੋਤੇ ਨੂੰ ਪਿਆਰ ਨਾਲ ਉਠਾਉਣ ਲਈ ਵਧੇ ਹੋਏ ਮਾਂ ਜੀ ਦੇ ਹੱਥ ਖੁਦ ਬਖੁਦ ਪਿੱਛੇ ਹਟ ਗਏ। ਮੈਂ ਮਨ ਹੀ ਮਨ ਆਪਣੀ ਜਿੱਤ ਦਾ ਝੰਡਾ ਲਹਿਰਾ ਕੇ ਮੁਸਕਰਾ ਰਹੀ ਸੀ। 2 ਮਹੀਨੇ ਤੱਕ ਮਾਂ ਦੇ ਭਾਬੀ ਮੇਰੀ ਸੇਵਾ ਕਰਦੀਆਂ ਰਹੀਆਂ। ਜਗਮੀਤ ਦੀ ਮਾਂ ਬਹੁਤ ਕੁਝ ਮੇਰੇ ਲਈ ਖਾਣ ਨੂੰ ਭੇਜਦੀ ਰਹਿੰਦੀ, ਪੰਜੀਰੀ, ਫਲ ਵਗੈਰਾ ਭੇਜਦੀ ਰਹਿੰਦੀ, ਪਰ ਮੈਂ ਉਹਨਾਂ ਦੀ ਭੇਜੀ ਹੋਈ ਕਿਸੇ ਵੀ ਚੀਜ਼ ਨੂੰ ਹੱਥ ਤੱਕ ਨਹੀਂ ਲਗਾਉਂਦੀ ਸੀ। ਇੱਕ ਦਿਨ ਮਾਂ ਦੇ ਹੱਥ ਦੀ ਬਣੀ ਹੋਈ ਖੀਰ ਖਾ ਰਹੀ ਸੀ ਕਿ ਭਾਬੀ ਨੇ ਕਰਾਰੀ ਚੋਟ ਦਿੱਤੀ। ਕਹਿੰਦੀ, ਦੀਦੀ ਤੇਰੀ ਸੱਸ ਨੇ ਇੰਨੇ ਪਿਆਰ ਨਾਲ ਪੰਜੀਰੀ ਭੇਜੀ ਹੈ, ਇਸ ਦਾ ਵੀ ਤਾਂ ਭੋਗ ਲਗਾ ਲੈ। ਮੈਂ ਭਾਬੀ ਨੂੰ ਕਿਹਾ, ਆਪਣੀ ਸਮਝ ਆਪਣੇ ਹੀ ਕੋਲ ਰੱਖ ਤਾਂ ਠੀਕ ਹੈ, ਮੇਰੇ ਘਰ ਦੇ ਮਾਮਲਿਆਂ ਵਿੱਚ ਜ਼ਿਆਦਾ ਦਖਲ ਨਾ ਦੇ। ਅੱਗੋਂ ਭਾਬੀ ਕਹਿੰਦੀ, ਤੇਰਾ ਘਰ ਮੂੰਹ ਬਣਾਉਂਦੇ ਹੋਏ ਭਾਬੀ ਕਮਰਾ ਛੱਡ ਕੇ ਚਲੀ ਗਈ ਤੇ ਮੈਂ ਦੇਖਦੀ ਰਹਿ ਗਈ। ਆਖਰਕਾਰ ਹੁਣ ਮੈਂ ਅਪਸ਼ਬਦਾਂ ਤੇ ਉਤਰ ਆਈ ਸੀ। ਉਹਨਾਂ ਦਿਨਾਂ ਵਿੱਚ ਵੀਰੇ ਭਾਬੀ ਨੇ ਆਫਿਸ ਤੋਂ ਕਰਜ਼ਾ ਲੈ ਕੇ ਮੇਰੇ ਸਹੁਰਿਆਂ ਦੇ ਕੋਲ ਘਰ ਖਰੀਦ ਲਿਆ ਸੀ। 4 ਕਮਰਿਆਂ ਦੇ ਇਸ ਘਰ ਵਿੱਚ ਆਉਣ ਤੋਂ ਪਹਿਲਾਂ ਹੀ ਮਾਂ ਨੇ ਇਹ ਫੈਸਲਾ ਲੈ ਲਿਆ ਸੀ ਕਿ ਮਾਂ ਤੇ ਪਾਪਾ ਘਰ ਦੇ ਪਿਛਲੇ ਹਿੱਸੇ ਵਿੱਚ ਰਹਿਣਗੇ। ਇਹ ਮਸ਼ਵਰਾ ਵੀ ਉਹਨਾਂ ਨੂੰ ਮੈਂ ਹੀ ਦਿੱਤਾ ਸੀ ਤੇ ਵੀਰਾ ਮੰਨ ਵੀ ਗਿਆ ਸੀ। ਨਵੇਂ ਘਰ ਵਿੱਚ ਆਉਣ ਦੀ ਤਿਆਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਸੀ। ਕੰਮ ਤੋਂ ਬਚਣ ਲਈ ਮੈਂ ਆਪਣੇ ਸਹੁਰਿਆਂ ਤੇ ਆ ਗਈ। ਘਰ ਆਈ ਤਾਂ ਖੁਸ਼ੀ ਦੇ ਬੱਦਲ ਛਾ ਗਏ। ਸੱਸ ਨੇ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ। ਆਪਣੇ ਪੋਤੇ ਨੂੰ ਗੋਦ ਵਿੱਚ ਲਿਆ ਤੇ ਉਸ ਦਾ ਮੂੰਹ ਚੁੰਮਣ ਲੱਗੀ। ਮੈਂ ਕਿਹਾ, ਮੰਮੀ ਨੰਨਾ ਫੁੱਲ ਵਰਗਾ ਬੱਚਾ ਹੈ, ਕਿਤੇ ਕੋਈ ਇਨਫੈਕਸ਼ਨ ਨਾ ਹੋ ਜਾਏ। ਮੈਂ ਉਸ ਨੂੰ ਆਪਣੀ ਗੋਦ ਵਿੱਚ ਲਿਆ ਤੇ ਨਾਲ ਹੀ ਆਪਣੀ ਸੱਸ ਨੂੰ ਸੁਣਾ ਵੀ ਦਿੱਤਾ, ਬੱਚੇ ਦੀ ਦੇਖਭਾਲ ਮੈਂ ਖੁਦ ਹੀ ਕਰਾਂਗੀ, ਤੁਹਾਨੂੰ ਸਾਰਿਆਂ ਨੂੰ ਇਸ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੇਰਾ ਸਹੁਰਾ ਅਜੇ ਵੀ ਕੁਝ ਨਹੀਂ ਕਹਿੰਦਾ ਸੀ, ਜਿਵੇਂ ਸਮਝ ਗਏ ਸੀ ਕਿ ਬਹੂ ਦੇ ਸਾਹਮਣੇ ਕੁਝ ਵੀ ਕਹਿਣਾ ਪੱਥਰ ਤੇ ਸਿਰ ਮਾਰਨ ਵਰਗਾ ਹੈ। ਆਂਢ ਗੁਆਂਢ ਦੇ ਲੋਕ ਜਦੋਂ ਮੇਰੇ ਸਾਹਮਣੇ ਹੀ ਮੇਰੀ ਸੱਸ ਨੂੰ ਸਵਾਲ ਕਰਦੇ ਕਿ ਬਹੂ ਪੇਕਿਆਂ ਤੋਂ ਕੀ ਲੈ ਕੇ ਆਈ ਹੈ, ਤਾਂ ਮੈਂ ਵੱਧ ਚੜ੍ਹ ਕੇ ਪੇਕਿਆਂ ਦੀ ਸ਼ਾਨੋ ਸ਼ੌਕਤ ਤੇ ਦਰਿਆ ਦਿਲੀ ਦਾ ਗੁਣਗਾਨ ਕਰਦੀ। ਭਾਬੀ ਦੇ ਪੇਕਿਆਂ ਤੋਂ ਆਈਆਂ ਹੋਈਆਂ ਚੂੜੀਆਂ ਮਾਂ ਨੇ ਮੈਨੂੰ ਦੇ ਦਿੱਤੀਆਂ ਸੀ। ਬਾਕੀ ਸਭ ਦੇ ਲਈ ਉਪਹਾਰ ਵਿੱਚ ਮੈਂ ਜਗਮੀਤ ਦੀ ਕਮਾਈ ਨਾਲ ਬਚਾਈ ਹੋਈ ਰਕਮ ਤੋਂ ਹੀ ਲੈ ਕੇ ਆਈ ਸੀ। ਸੱਸ ਦੀ ਇੱਕ ਸਹੇਲੀ ਨੇ ਉਲਟ ਪਲਟ ਕੇ ਚੂੜੀਆਂ ਦੇਖੀਆਂ, ਫਿਰ ਕਹਿੰਦੀ, ਮੋਟੇ ਕੰਗਣ ਹੁੰਦੇ ਤਾਂ ਠੀਕ ਹੁੰਦਾ, ਮਜ਼ਬੂਤੀ ਵੀ ਬਣੀ ਰਹਿੰਦੀ। ਇਹ ਸੁਣ ਕੇ ਮੈਂ ਬਹੁਤ ਰੋਈ ਤੇ ਆਪਣੇ ਸਹੁਰਿਆਂ ਨੂੰ ਬਹੁਤ ਸੁਣਾਇਆ ਵੀ ਕਿ ਤੁਸੀਂ ਦਹੇਜ ਦੇ ਲਾਲਚੀ ਹੋ। ਕੋਈ ਹੋਰ ਨੂੰਹ ਹੁੰਦੀ ਤਾਂ ਥਾਣੇ ਦਾ ਰਾਹ ਦਿਖਾ ਦਿੰਦੀ।
ਉਸ ਦਿਨ ਦੇ ਬਾਅਦ ਮੈਂ ਉਹਨਾਂ ਨੂੰ ਆਪਣੇ ਮੁੰਡੇ ਨੂੰ ਹੱਥ ਤੱਕ ਨਹੀਂ ਲਗਾਉਣ ਦਿੱਤਾ ਸੀ। ਕੋਈ ਪਰੇਸ਼ਾਨੀ ਹੁੰਦੀ ਤਾਂ ਰਿਕਸ਼ਾ ਕਰਦੀ ਤੇ ਮਾਂ ਦੇ ਕੋਲ ਪਹੁੰਚ ਜਾਂਦੀ, ਕਿਉਂਕਿ ਪੇਕੇ ਤਾਂ ਹੁਣ ਕੁਝ ਹੀ ਦੂਰੀ ਤੇ ਸੀ। ਜਗਮੀਤ ਦੇ ਪਾਪਾ ਦੀ ਸਿਹਤ ਖਰਾਬ ਰਹਿਣ ਲੱਗੀ। ਘਰ ਦਾ ਮਾਹੌਲ ਦੇਖ ਕੇ ਉਹ ਅੰਦਰ ਹੀ ਅੰਦਰ ਘੁਲਣ ਲੱਗਿਆ। ਡਾਕਟਰ ਨੇ ਦਿਲ ਦਾ ਰੋਗ ਦੱਸਿਆ ਸੀ। ਜਿਸ ਦਰਖਤ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹੋਣ, ਉਹ ਕਦੋਂ ਤੱਕ ਹਨੇਰੀ ਤੂਫਾਨ ਦਾ ਮੁਕਾਬਲਾ ਕਰ ਸਕਦਾ ਹੈ। ਤੇ ਇੱਕ ਰਾਤ ਮੇਰਾ ਸਹੁਰਾ ਸੁੱਤਾ ਤੇ ਉੱਠਿਆ ਹੀ ਨਹੀਂ। ਸਾਰੇ ਘਰ ਦਾ ਮਾਹੌਲ ਹੀ ਬਦਲ ਗਿਆ। ਦੁੱਖ ਵਿੱਚ ਡੁੱਬੀ ਮੇਰੀ ਸੱਸ ਦਾ ਰਿਹਾ ਸਿਹਾ ਘਮੰਡ ਵੀ ਚਲਾ ਗਿਆ, ਕਿਉਂਕਿ ਘਰ ਦਾ ਰਾਜ ਤਾਂ ਉਸ ਤੋਂ ਪਹਿਲਾਂ ਹੀ ਖੋਇਆ ਗਿਆ ਸੀ। ਜਗਮੀਤ ਨੇ ਮੈਨੂੰ ਸਮਝਾਉਂਦੇ ਹੋਏ ਇਹ ਸਲਾਹ ਦਿੱਤੀ, ਮਾਂ ਬਹੁਤ ਇਕੱਲਾਪਨ ਮਹਿਸੂਸ ਕਰਦੀ ਹੈ, ਕੁਝ ਦੇਰ ਲਈ ਬੱਚੇ ਨੂੰ ਉਸਦੇ ਕੋਲ ਛੱਡ ਦਿਆ ਕਰ। ਦੁੱਖ ਦਾ ਮਾਹੌਲ ਸੀ ਉਸ ਸਮੇਂ। ਕੁਝ ਵੀ ਕਹਿਣਾ ਮੈਨੂੰ ਠੀਕ ਨਾ ਲੱਗਿਆ, ਪਰ ਮੈਂ ਮਨ ਹੀ ਮਨ ਇੱਕ ਫੈਸਲਾ ਲੈ ਲਿਆ ਕਿ ਆਪਣੇ ਮੁੰਡੇ ਨੂੰ ਮੈਂ ਆਪਣੀ ਸੱਸ ਤੋਂ ਦੂਰ ਹੀ ਰੱਖਾਂਗੀ। ਮੈਂ ਪੇਕਿਆਂ ਦੇ ਨਾਲ ਵਾਲੇ ਪਲੇ ਸਕੂਲ ਵਿੱਚ ਦੀਪ ਦੀ ਐਡਮਿਸ਼ਨ ਕਰਵਾ ਦਿੱਤੀ। ਸਕੂਲ ਬੰਦ ਹੋਣ ਦੇ ਬਾਅਦ ਮੇਰੇ ਪਾਪਾ ਉਸ ਨੂੰ ਆਪਣੇ ਘਰ ਲੈ ਜਾਂਦੇ। ਮੰਮੀ ਦੀਪ ਨੂੰ ਨਹਾ ਧੋਹਾ ਕੇ ਖਾਣਾ ਖਵਾਉਂਦੀ ਤੇ ਸਵਾ ਦਿੰਦੀ। ਸ਼ਾਮ ਨੂੰ ਮੈਂ ਜਾ ਕੇ ਉਸ ਨੂੰ ਲੈ ਆਉਂਦੀ। ਇੱਕ ਤਾਂ ਸੈਰ ਹੋ ਜਾਂਦੀ ਸੀ ਤੇ ਦੂਜਾ ਇਸ ਬਹਾਨੇ ਮੈਂ ਮਾਂ ਨਾਲ ਵੀ ਮਿਲ ਲੈਂਦੀ ਸੀ। ਮੰਮੀ ਪਾਪਾ ਦੀ ਦੇਖ ਰੇਖ ਵਿੱਚ ਮੇਰੇ ਮੁੰਡੇ ਦਾ ਧਿਆਨ ਤਾਂ ਵਧੀਆ ਰੱਖਿਆ ਜਾਣ ਲੱਗਿਆ, ਪਰ ਮਾਂ ਇਸ ਕਰਕੇ ਟੁੱਟ ਗਈ ਸੀ। ਕਈ ਵਾਰ ਉਸਨੇ ਦੱਬੇ ਸ਼ਬਦਾਂ ਵਿੱਚ ਮੈਨੂੰ ਕਿਹਾ ਵੀ ਸੀ ਕਿ ਮੈਨੂੰ ਆਪਣੇ ਪੋਤੇ ਨੂੰ ਵੀ ਦੇਖਣਾ ਪੈਂਦਾ ਹੈ। ਬਹੂ ਤਾਂ ਨੌਕਰੀ ਕਰਦੀ ਹੈ, ਪਰ ਮੈਂ ਆਪਣੇ ਦੀਪ ਨੂੰ ਆਪਣੇ ਘਰ ਦੇ ਮਾਹੌਲ ਤੋਂ ਦੂਰ ਰੱਖਣਾ ਚਾਹੁੰਦੀ ਸੀ। ਹੌਲੀ ਹੌਲੀ ਭਾਬੀ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਪਹਿਲਾਂ ਧੀ ਘਰੇ ਹੱਕ ਜਮਾਏ ਰੱਖਦੀ ਸੀ, ਹੁਣ ਦੋਤਾ ਵੀ ਆ ਜਾਂਦਾ ਹੈ। ਮੇਰਾ ਰਾਜ ਬਿਮਾਰ ਹੋਵੇ ਜਾਂ ਠੀਕ ਰਹੇ, ਖਾਵੇ ਜਾਂ ਨਾ ਖਾਵੇ, ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਦੋਤੇ ਨੂੰ ਸਿਰ ਤੇ ਚੜਾਇਆ ਹੋਇਆ ਹੈ ਤੇ ਪੋਤਾ ਜਿਵੇਂ ਪੈਰ ਦੀ ਧੂੜ ਬਣ ਗਿਆ ਹੈ। ਭਾਬੀ ਨੇ ਸਾਫ਼ ਤੌਰ ਤੇ ਮੇਰੇ ਮੁੰਡੇ ਦੀ ਤੁਲਨਾ ਆਪਣੇ ਮੁੰਡੇ ਨਾਲ ਕਰਕੇ ਜਿਵੇਂ ਸਾਰਿਆਂ ਦਾ ਅਪਮਾਨ ਕਰਨ ਦੀ ਹਿੰਮਤ ਜਟਾ ਲਈ। ਆਪਣੇ ਸਾਹਮਣੇ ਆਪਣੇ ਮੰਮੀ ਪਾਪਾ ਦੀ ਝੁਕੀ ਗਰਦਨ ਦੇਖਣ ਦਾ ਕਿੰਨਾ ਦੁੱਖ ਅਸਹਿਨੀਏ ਹੁੰਦਾ ਹੈ, ਉਸ ਦਿਨ ਮੈਂ ਪਹਿਲੀ ਵਾਰ ਜਾਣਿਆ ਸੀ। ਫਿਰ ਮੈਂ ਹਿੰਮਤ ਕਰਕੇ ਕਿਹਾ, ਘਰ ਤਾਂ ਮੇਰੇ ਪਾਪਾ ਤੇ ਮਾਂ ਦਾ ਹੈ, ਅਸੀਂ ਤਾਂ ਆਵਾਂਗੇ ਹੀ। ਭਾਬੀ ਕਹਿੰਦੀ, ਭੁੱਲ ਰਹੀ ਹੈ ਤੂੰ, ਇਹ ਘਰ ਮੇਰੇ ਤੇ ਤੇਰੇ ਭਰਾ ਦੀ ਜੀ ਤੋੜ ਮਿਹਨਤ ਨਾਲ ਬਣਿਆ ਹੈ। ਤੇਰੇ ਸੱਸ ਸਹੁਰੇ ਦੀ ਤਰ੍ਹਾਂ ਕਿਸੇ ਨੇ ਸਾਨੂੰ ਬਣਾ ਕੇ ਨਹੀਂ ਦਿੱਤਾ। ਇਹ ਗੱਲ ਅਲੱਗ ਹੈ ਕਿ ਤੇਰੀ ਤਰ੍ਹਾਂ ਅਸੀਂ ਰਿਸ਼ਤੇ ਨਾਤਿਆਂ ਨਾਲ ਸਬੰਧ ਤੋੜ ਕੇ ਨਹੀਂ ਬੈਠੇ। ਭਾਬੀ ਦੇ ਇਹਨਾਂ ਸ਼ਬਦਾਂ ਨੇ ਬਰੂਦ ਦੇ ਢੇਰ ਵਿੱਚ ਚੰਗਿਆੜੀ ਲਗਾਉਣ ਦਾ ਕੰਮ ਕੀਤਾ। ਉਸ ਦਿਨ ਦੇ ਬਾਅਦ ਹਾਲਾਤ ਵਿਗੜਦੇ ਗਏ। ਕਦੇ ਮੰਮੀ ਪਾਪਾ ਦਾ ਅਪਮਾਨ ਹੁੰਦਾ, ਕਦੇ ਮੇਰਾ ਤੇ ਕਦੇ ਮੇਰੇ ਮੁੰਡੇ ਦਾ। ਇਹੋ ਜਿਹੇ ਮਾਹੌਲ ਵਿੱਚ ਮੰਮੀ ਪਾਪਾ ਘਰ ਦਾ ਪਿਛਲਾ ਹਿੱਸਾ ਛੱਡ ਕੇ ਵੀਰੇ ਭਾਬੀ ਦੇ ਨਾਲ ਕਿਵੇਂ ਰਹਿ ਸਕਦੇ ਸੀ। ਉਹਨਾਂ ਦੇ ਕੋਲ ਇੰਨੇ ਸਾਧਨ ਵੀ ਨਹੀਂ ਸੀ ਕਿ ਅਲੱਗ ਆਪਣੀ ਗ੍ਰਹਿਸਥੀ ਵਸਾ ਸਕਦੇ। ਕਿੱਥੇ ਜਾਣਗੇ ਮੰਮੀ ਪਾਪਾ? ਇਹੀ ਪ੍ਰਸ਼ਨ ਮੇਰੇ ਮਨ ਨੂੰ ਵਾਰ-ਵਾਰ ਟੁੰਬ ਰਿਹਾ ਸੀ। ਹੁਣ ਸੋਚਦੀਆਂ ਤਾਂ ਇਹੀ ਲੱਗਦਾ ਹੈ ਮੈਂ ਹੀ ਦੋਸ਼ੀ ਹਾਂ। ਆਪਣੇ ਸਹੁਰਿਆਂ ਤੇ ਪਤੀ ਤੋਂ ਦੂਰ ਭੱਜ ਕੇ ਪੇਕਿਆਂ ਤੇ ਸੁੱਖ ਲੱਭਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਸੁੱਖ ਪਾਉਣਾ ਤਾਂ ਦੂਰ, ਮੈਂ ਆਪਣੇ ਮਾਂ-ਪਿਓ ਦੀ ਸੁਖੀ ਜ਼ਿੰਦਗੀ ਵਿੱਚ ਅੱਗ ਲਗਾ ਕੇ ਉਹਨਾਂ ਨੂੰ ਵੀ ਦਰ-ਦਰ ਭਟਕਣ ਲਈ ਮਜਬੂਰ ਕਰ ਦਿੱਤਾ। ਕਿੰਨੀ ਸੁਖੀ ਹੈ ਜਗਮੀਤ ਦੀ ਮਾਂ, ਸੰਸਕਾਰੀ ਪੁੱਤ ਹੈ, ਸਿਰ ਤੇ ਛੱਤ ਹੈ ਤੇ ਪਾਪਾ ਜੀ ਦੀ ਜੋੜੀ ਹੋਈ ਸੰਪਤੀ ਹੈ, ਜਿਸ ਨੂੰ ਜਦੋਂ ਤੱਕ ਜੀਏਗੀ ਭੋਗੇਗੀ। ਸਿਰਫ ਮੇਰੀ ਹੀ ਹਾਲਤ ਖੰਭ ਕੱਟੇ ਹੋਏ ਪੰਛੀਆਂ ਵਰਗੀ ਹੋ ਗਈ ਹੈ, ਜਿਸ ਵਿੱਚ ਉੱਡਣ ਦੀ ਖਵਾਇਸ਼ ਤਾਂ ਹੈ ਪਰ ਖੰਭ ਨਹੀਂ ਹਨ। ਕਿੱਥੋਂ ਲੱਭਾਂ ਉਹਨਾਂ ਖੰਭਾਂ ਨੂੰ? ਪੇਕਿਆਂ ਦੀ ਦਹਲੀਜ਼ ਤੇ ਜਾਂ ਸਹੁਰਿਆਂ ਦੇ ਵਿਹੜੇ ਵਿੱਚ? ਮੈਂ ਜਾਣਦੀ ਹਾਂ ਕਿ ਇਹ ਸਭ ਮੇਰੀਆਂ ਹੀ ਆਦਤਾਂ ਦੇ ਬੁਰੇ ਵਿਹਾਰ ਦੀ ਵਜ੍ਹਾ ਕਰਕੇ ਹੋਇਆ ਹੈ। ਸਭ ਕੁਝ ਚੰਗਾ ਹੋਣ ਦੇ ਬਾਵਜੂਦ ਵੀ ਮੈਂ ਉਸ ਦੀ ਕਦਰ ਨਹੀਂ ਕਰ ਸਕੀ। ਜੇ ਮੈਂ ਆਪਣਾ ਵਿਹਾਰ ਬਦਲ ਲਵਾਂ ਤਾਂ ਸ਼ਾਇਦ ਜਗਮੀਤ ਤੇ ਮੇਰੀ ਸੱਸ
ਮੇਰੇ ਪਿਛਲੇ ਬੁਰੇ ਵਰਤਾਵ ਨੂੰ ਭੁੱਲ ਕੇ ਮੈਨੂੰ ਮਾਫ ਵੀ ਕਰ ਦੇਣਗੇ, ਮੈਨੂੰ ਅਪਣਾ ਵੀ ਲੈਣਗੇ। ਪਰ ਜੋ ਜ਼ਹਿਰ ਮੇਰੀ ਵਜ੍ਹਾ ਕਰਕੇ ਮੇਰੇ ਮੰਮੀ ਪਾਪਾ ਦੀ ਜ਼ਿੰਦਗੀ ਵਿੱਚ ਘੁਲ ਗਿਆ ਹੈ, ਉਸ ਨੂੰ ਮੈਂ ਕਿਸੇ ਤਰ੍ਹਾਂ ਵੀ ਨਹੀਂ ਕੱਢ ਸਕਦੀ। ਇਹੀ ਸੋਚਦੇ ਸੋਚਦੇ ਮੇਰੀਆਂ ਅੱਖਾਂ ਇੱਕ ਵਾਰ ਫਿਰ ਭਰ ਆਈਆਂ। ਤਾਂ ਦੋਸਤੋ, ਕਈ ਵਾਰ ਆਪਾਂ ਖੁਦ ਹੀ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਲੈਂਦੇ ਹਾਂ। ਸਭ ਕੁਝ ਚੰਗਾ ਹੁੰਦੇ ਹੋਏ ਵੀ ਅਸੀਂ ਆਪਣੀ ਹਉਮੈ ਹੰਕਾਰ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਾਂ ਅਤੇ ਆਪਣੇ ਨਾਲ ਜੁੜੇ ਹੋਏ ਕਈ ਹੋਰ ਰਿਸ਼ਤਿਆਂ ਨੂੰ ਵੀ ਖਰਾਬ ਕਰਕੇ ਰੱਖ ਦਿੰਦੇ ਹਾਂ। ਤਾਂ ਦੋਸਤੋ, ਤੁਹਾਨੂੰ ਇਹ ਕਹਾਣੀ ਜ਼ਰਾ ਜਿੰਨੀ ਵੀ ਪਸੰਦ ਆਈ ਹੋਵੇ ਤਾਂ ਇਸ ਕਹਾਣੀ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ। ਜੇ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਮਿਲਦੇ ਹਾਂ ਜੀ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।